ਪੰਜਾਬੀ ਸਾਹਿਤ ਤੇ ਸੱਭਿਆਚਾਰਕ ਸੰਸਥਾ ਵਿਨੀਪੈਗ ਵੱਲੋਂ ਡਾਕਟਰ ਸਾਹਿਬ ਸਿੰਘ ਦਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਹੋਇਆ ਖੁਦ ਖੇਲ ਰਿਹਾ ਨਾਟਕ ਹੈ ਧੰਨ ਲਿਖਾਰੀ ਨਾਨਕਾ ਮੇਪਲ ਕਲੀਜੀਏਟ ਦੇ ਵਿੱਚ ਅੱਜ ਹੋਣ ਜਾ ਰਿਹਾ ਔਰ ਅਸੀਂ ਵਿਨੀਪੈਗ ਵਿੱਚ ਡਾਕਟਰ ਸਾਹਿਬ ਸਿੰਘ ਦਾ ਸਵਾਗਤ ਕਰਦੇ ਹਾਂ ਵਾਇਸ ਆਫ ਇੰਡੀਆ ਵੱਲੋਂ। ਔਰ ਜਦੋਂ ਕਿ ਨਾਟਕ ਸ਼ੁਰੂ ਹੋਣ ਵਿੱਚ ਥੋੜ੍ਹਾ ਸਮਾਂ ਇਨ ਦੇ ਮੇਨ ਟਾਈਮ ਡਾਕਟਰ ਸਾਹਿਬ ਸਿੰਘ ਦੇ ਨਾਲ ਅਸੀਂ ਕੁਝ ਗੱਲਾਂ ਬਾਤਾਂ ਕਰਾਂਗੇ ਨਾਟਕ ਸੰਬੰਧੀ ਵੀ, ਉਹਨਾਂ ਦੇ ਨਾਟਕ ਸਫ਼ਰ ਸੰਬੰਧੀ ਵੀ। ਮੇਰੇ ਨਾਲ ਹਾਜ਼ਰ ਨੇ ਡਾਕਟਰ ਸਾਹਿਬ ਸਿੰਘ। ਪੰਜਾਬੀ ਨਾਟਕ ਦੇ ਵਿੱਚ ਬਹੁਤ ਅਹਿਮ ਸਥਾਨ ਰੱਖਣ ਵਾਲੇ ਡਾਕਟਰ ਸਾਹਿਬ ਸਿੰਘ ਅੱਜ ਵਿਨੀਪੈਗ ਦੇ ਵਿੱਚ ਆਏ ਹੋਏ ਨੇ। ਨਾਟਕ ਇਹਨਾਂ ਦਾ ਹੋ ਰਿਹਾ ਧੰਨ ਲਿਖਾਰੀ ਨਾਨਕਾ। ਅਸੀਂ ਮੇਪਲ ਕਲੀਜੀਏਟ ਦੇ ਉਸ ਹਾਲ ਦੇ ਬਾਹਰ ਖੜ੍ਹੇ ਜਿੱਥੇ ਥੋੜ੍ਹੀ ਦੇਰ ਬਾਅਦ ਨਾਟਕ ਸ਼ੁਰੂ ਹੋ ਜਾਣਾ ਔਰ ਲੋਕਾਂ ਨੇ ਭਰਪੂਰ ਆਨੰਦ ਮਾਣਨਾ। ਡਾਕਟਰ ਸਾਹਿਬ ਸਿੰਘ ਨੂੰ ਮੈਂ ਪਿਛਲੇ 4 ਕੁ ਦਹਾਕਿਆਂ ਤੋਂ ਜਾਣਦਾ। 80ਵੀਂ ਦੇ ਅਖੀਰ ਦੇ ਵਿੱਚ ਜਦੋਂ ਗੁਰਸ਼ਰਨ ਭਾਜੀ ਪਿੰਡਾਂ ਦੇ ਵਿੱਚ ਗੱਡੇ ਜੋੜ ਕੇ ਸਟੇਜ ਬਣਾਉਂਦੇ ਸੀ ਅਤੇ ਥੋੜ੍ਹੀ ਜਿਹੀ ਲਾਈਟ, ਥੋੜ੍ਹੀ ਜਿਹੀ ਰੋਸ਼ਨੀ ਅਤੇ ਥੋੜ੍ਹੀ ਜਿਹੀ ਮੱਧਮ ਜਿਹੀ ਆਵਾਜ਼ ਵਾਲੇ ਸਾਊਂਡ ਹੁੰਦੇ ਸੀ, ਪਰ ਗੁਰਸ਼ਰਨ ਭਾਜੀ ਦੀ ਆਪਣੀ ਅਤੇ ਉਹਨਾਂ ਦੇ ਕਲਾਕਾਰਾਂ ਦੀ ਆਪਣੀ ਆਵਾਜ਼ ਬੜੀ ਲਾਊਡ, ਬੜੀ ਉੱਚੀ ਹੁੰਦੀ ਸੀ ਅਤੇ ਲੋਕਾਂ ਦੇ ਤੱਕ ਪਹੁੰਚਣ ਵਿੱਚ ਬਖੂਬੀ ਉਹ ਕਾਮਯਾਬ ਹੁੰਦੇ ਸੀ। ਉਹਨਾਂ ਵਿੱਚ ਕਲਾਕਾਰਾਂ ਦੇ ਵਿੱਚ ਬਹੁਤ ਸਾਰੇ ਨਾਂ ਮੇਰੇ ਚੇਤਿਆਂ ਵਿੱਚ ਅਜੇ ਵੀ ਸਮਾਏ ਹੋਏ ਆ, ਪਰ ਉਹਨਾਂ ਵਿੱਚੋਂ ਅੱਜ ਇੱਕ ਅਹਿਮ ਸ਼ਖਸੀਅਤ ਡਾਕਟਰ ਸਾਹਿਬ ਸਿੰਘ ਸਾਡੇ ਨਾਲ ਹੈ। ਸਾਹਿਬ ਸਿੰਘ ਜੀ, ਵਿਨੀਪੈਗ ਆਉਣ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ। ਬਹੁਤ ਮਿਹਰਬਾਨੀ ਜੀ। ਮੈਨੂੰ ਯਾਦ ਹੈ ਕਿ ਡਾਕਟਰ ਸਾਹਿਬ ਅਤੇ ਆਪਣੀ ਜੀਵਨ ਸਾਥਣ ਰੋਜ਼ੀ ਦੇ ਨਾਲ ਇਹਨਾਂ ਨੇ ਬਹੁਤ ਨਾਟਕ ਖੇਡੇ, ਪਿੰਡ ਪਿੰਡ ਜਾ ਕੇ ਇਨਕਲਾਬ ਦਾ ਸੁਨੇਹਾ ਦਿੱਤਾ। ਇਹਨਾਂ ਦੀ ਨਾਟਕਾਂ ਦੇ ਵਿੱਚ ਇੱਕ ਸੁਨੇਹਾ ਇਹ ਹੁੰਦਾ ਸੀ, ਭਾਵੇਂ ਲੋਕ ਇਤਰਾਜ਼ ਕਰਦੇ ਹੁੰਦੇ ਸੀ ਕਿ ਗੁਰਸ਼ਰਨ ਭਾਜੀ ਦੇ ਨਾਟਕ ਜਿਹੜੇ ਆ ਉਹ ਬੜੇ ਲਾਊਡ ਹੈ ਔਰ ਬਿਨਾਂ ਸੁਨੇਹੇ ਤੋਂ ਨਹੀਂ ਹੁੰਦੇ, ਨਾਟਕ ਨੂੰ ਨਾਟਕ ਨਹੀਂ ਰਹਿਣ ਦਿੱਤਾ ਜਾਂਦਾ। ਤੁਹਾਡੇ ਇਸ ਨਾਟਕ ਦੀ ਕੀ ਤਸਵੀਰ ਹੈ ਧੰਨ ਲਿਖਾਰੀ ਨਾਨਕਾ? ਇਹ ਨਾਟਕ ਮੇਰਾ ਟੋਟਲ ਰੰਗਮੰਚ ਦੀ ਤਸਵੀਰ ਇਹੀ ਹੈ ਕਿ ਜਿਹੜਾ ਕੰਟੈਂਟ ਹੈ ਉਹ ਲੋਕ ਪੱਖੀ ਹੋਣਾ ਚਾਹੀਦਾ ਨਾਟਕ ਦਾ, ਲੇਕਿਨ ਜਿਹੜੀ ਉਹਦੀ ਤਕਨੀਕ ਹੈ ਉਹ ਜਿੰਨੀ ਵੀ ਜ਼ਿਆਦਾ ਅਸੀਂ ਐਨਰਿਚ ਕਰ ਸਕੀਏ ਤਾਂ ਕਿ ਲੋਕਾਂ ਨੂੰ ਸੁਣਨ ਨੂੰ ਵੀ ਚੰਗੀ ਮਿਲੇ, ਦੇਖਣ ਨੂੰ ਵੀ ਵਧੀਆ ਚੀਜ਼ ਮਿਲੇ ਤੇ ਦੋਨਾਂ ਦਾ ਇੱਕ ਮਿਸ਼ਰਣ ਹੋਵੇ, ਤਾਂ ਕਿ ਕਿਉਂਕਿ ਇਹ ਕਲਾ ਦਾ ਇੱਕ ਰੂਪ ਹੈ ਰੰਗਮੰਚ। ਬਿਲਕੁਲ। ਸੋ ਉਹ ਕਲਾਤਮਕ ਤਰੀਕੇ ਦੇ ਨਾਲ ਲੋਕ ਪੱਖੀ ਸੋਚ ਜਿਹੜੀ ਹੈਗੀ ਹੈ ਦੋਨਾਂ ਦਾ ਮਿਸ਼ਰਣ ਲੈ ਕੇ ਜਾਣਾ ਜਿਹੜਾ ਹੈਗਾ ਉਹੀ ਮੈਂ ਸਮਝਦਾ ਬਿਹਤਰ ਹੈ। ਫਿਰ ਲੋਕਾਂ ਤੱਕ ਜਿਹੜੀ ਆਪਾਂ ਸੋਚ ਲੈ ਕੇ ਜਾਣੇ ਚਾਹੁੰਦੇ ਹਾਂ ਉਹ ਵੀ ਬਿਹਤਰ ਤਰੀਕੇ ਨਾਲ ਲੋਕਾਂ ਦੇ ਦਿਲ ਦਿਮਾਗ ਤੱਕ ਪਹੁੰਚਦੀ ਹੈ। ਜਿਹੜੀ ਸੋਚ ਦੀ ਗੱਲ ਅਸੀਂ ਕਰ ਰਹੇ ਹਾਂ ਪਿਛਲੇ 4 ਦਹਾਕਿਆਂ ਤੋਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ। ਮੈਂ ਖੁਦ ਇਸ ਫੀਲਡ ਦੇ ਵਿੱਚ ਬੜਾ ਲੰਮਾ ਸਮਾਂ ਕੰਮ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ। ਲੋਹੀਆਂ ਨਾਟਕ ਕਲਾ ਕੇਂਦਰ ਗੁਰਸ਼ਰਨ ਭਾਜੀ ਦੇ ਨਾਲ ਅਸੀਂ ਪਿੰਡਾਂ ਦੇ ਵਿੱਚ ਕੰਮ ਕਰਦੇ ਹੁੰਦੇ ਸੀ, ਤੁਸੀਂ ਵੀ ਕਰਦੇ ਸੀ। ਫਿਰ ਪੁਲਿਸ ਮੰਚ ਬਣ ਗਿਆ। ਬਿਲਕੁਲ। ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਫਰੰਟ ਤੋਂ ਬਹੁਤ ਵੱਡੇ ਸਮਾਗਮ ਹੋਏ ਉਸ ਸਮੇਂ ਵਿੱਚ ਹੋਏ ਜਦੋਂ ਘਰੋਂ ਲੋਕੀ ਨਿਕਲਣ ਤੋਂ ਡਰਦੇ ਹੁੰਦੇ ਸੀ। ਔਰ ਮੈਨੂੰ ਲੱਗਦਾ ਕਿ ਗੁਰਸ਼ਰਨ ਭਾਜੀ ਦੇ ਨਾਟਕਾਂ ਦੀ ਤਸੀਰ ਹੀ ਸੀ ਜਿਨ੍ਹਾਂ ਨੇ ਲੋਕਾਂ ਨੂੰ ਹੰਭਲਾ ਮਾਰਨ ਵਾਸਤੇ ਇੱਕ ਮੌਕਾ ਦਿੱਤਾ ਕਿ ਆਓ ਬਾਹਰ ਨਿਕਲੋ, ਆਓ ਲੋਕਾਂ ਦੀ ਗੱਲ ਕਰੀਏ, ਆਓ ਇੱਕ ਵੱਡਾ ਇਕੱਠ ਕਰੀਏ, ਵੱਡਾ ਜ਼ੋਰਦਾਰ ਹੰਭਲਾ ਮਾਰੀਏ ਤਾਂ ਕਿ ਜਿਹੜੀਆਂ ਹਨੇਰੀਆਂ ਰਾਤਾਂ ਦੀ ਬੁੱਕ ਵਾਲਾ ਇਹਦੇ 'ਚੋਂ ਨਿਕਲਣ ਲੋਕ। ਤੁਸੀਂ ਇਹ ਜਿਹੜਾ ਨਾਟਕ ਜੇ ਵਿਸ਼ੇ ਚੁਣਦੇ ਹੋ, ਕਿਉਂਕਿ ਹੁਣ ਗੁਰਸ਼ਰਨ ਭਾਜੀ ਇਸ ਦੁਨੀਆ 'ਚ ਭਾਵੇਂ ਨਹੀਂ ਹੈਗੇ, ਉਹਨਾਂ ਦੀ ਸੋਚ, ਉਹਨਾਂ ਦੀ ਵਿਚਾਰਧਾਰਾ ਅੱਜ ਵੀ ਉਸੇ ਤਰੀਕੇ, ਤੁਸੀਂ ਜਿਹੜੇ ਨਾਟਕ ਚੁਣਦੇ ਹੋ ਉਹੀ ਗੱਲ ਹੈ ਜਿਹੜੀ ਮੈਂ ਹੁਣੇ ਕਹਿ ਕੇ ਹਟਿਆ। ਦੇਖੋ, ਬਿਲਕੁਲ। ਅਸੀਂ ਜਦੋਂ ਕਹਿੰਦੇ ਹਾਂ ਨਾ ਕਿ ਰੰਗਮੰਚ ਸਮਾਜ ਦਾ ਦਰਪਣ ਹੈ, ਆਈਨਾ ਹੈ, ਬਿਲਕੁਲ, ਤੇ ਫਿਰ ਜ਼ਰੂਰੀ ਹੈ ਕਿ ਸਮਾਜ ਦੇ ਵਿੱਚ ਜਿਹੜੀਆਂ ਮੁਸ਼ਕਿਲਾਂ ਨੇ, ਜਿਸ ਤਰ੍ਹਾਂ ਦੇ ਸੰਘਰਸ਼ ਜ਼ਿੰਦਗੀ ਦੇ ਚੱਲ ਰਹੇ ਨੇ, ਜਾਂ ਸਮਾਜ ਦਾ ਜਿਹੜਾ ਦੱਬਿਆ ਕੁਚਲਿਆ ਵਰਗ ਹੈ ਉਹਨੂੰ ਸੱਤਾ ਕਿਵੇਂ ਉਹਨੂੰ ਨਿਚੋੜ ਰਹੀ ਹੈ, ਕਿਵੇਂ ਦਬਾ ਰਹੀ ਹੈ, ਕਿਵੇਂ ਪੁਜਾਰੀ ਵਰਗ ਤੇ ਸਿਆਸਤ ਦਾ ਗੱਠਜੋੜ ਜਿਹੜਾ ਹੈਗਾ ਉਹਨੂੰ ਨਿੱਤ ਹੋਰ ਉਲਝਾਉਂਦਾ, ਉਹ ਚੀਜ਼ਾਂ ਜੇ ਸਾਡੇ ਨਾਟਕ ਵਿੱਚ ਨਹੀਂ ਆਉਂਦੀਆਂ ਫਿਰ ਇਹਦਾ ਮਤਲਬ ਹੈ ਕਿ ਅਸੀਂ ਸ਼ੀਸ਼ਾ ਸਾਫ਼ ਨਹੀਂ ਦਿਖਾ ਰਹੇ। ਸੋ ਮੇਰੀ ਕੋਸ਼ਿਸ਼ ਹੁੰਦੀ ਕਿ ਇਨਕਲਾਬੀ ਸੋਚ ਹੋਵੇ, ਤਬਦੀਲੀ ਲਈ ਕੀਤੇ ਜਾ ਰਹੇ ਸੰਘਰਸ਼ ਦੇ ਵਿੱਚ ਸਾਡਾ ਰੰਗਮੰਚ ਕੋਈ ਯੋਗਦਾਨ ਪਾਵੇ। ਉਹ ਕਿਉਂਕਿ ਜਿਹੜਾ ਤਬਦੀਲੀ ਲਈ ਕੀਤਾ ਜਾ ਰਿਹਾ ਸੰਘਰਸ਼ ਹੈ ਉਸ ਸੰਘਰਸ਼ ਲਈ ਬਹੁਤ ਸਾਰੇ ਤਾਕਤ ਦੀ ਲੋੜ ਹੈ, ਲੇਕਿਨ ਉਹਦੇ ਵਿੱਚ ਇੱਕ ਉਤਪ੍ਰੇਰਕ ਦਾ ਕੰਮ, ਇੱਕ ਕੈਟਰਿਸਟ ਦਾ ਕੰਮ ਕਲਾ ਕਰ ਸਕਦੀ ਹੈ। ਸੋ ਸਾਡਾ ਰੰਗਮੰਚ, ਖਾਸ ਤੌਰ 'ਤੇ ਮੇਰਾ ਰੰਗਮੰਚ, ਜੇ ਮੈਂ ਸੰਮਾਂ ਵਾਲੀ ਡਾਂਗ ਕਰਦਾ ਜਾਂ ਮੈਂ ਧੰਨ ਲਿਖਾਰੀ ਨਾਨਕਾ ਕਰਦਾ, ਮੈਂ ਇਸ ਕਰਕੇ ਕਰਦਾ ਕਿ ਜਿੰਨੀਆਂ ਵੀ ਉਹ ਪਰਤਾਂ ਨੇ ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਉਹਨਾਂ ਪਰਤਾਂ ਦਾ ਜਿੰਨਾ ਵੀ ਵਿਸ਼ਲੇਸ਼ਣ ਮੈਂ ਕਰਕੇ ਸਰਲ ਤਰੀਕੇ ਦੇ ਨਾਲ ਤੇ ਅਸਰਦਾਰ ਤਰੀਕੇ ਦੇ ਨਾਲ ਆਪਣੇ ਦਰਸ਼ਕ ਦੇ ਸਾਹਮਣੇ ਪੇਸ਼ ਕਰਾਂ ਤਾਂ ਕਿ ਦਰਸ਼ਕ ਨੂੰ ਆਪਣੇ ਆਲੇ ਦੁਆਲੇ ਵਾਪਰਦਾ ਹੋਇਆ ਸਾਰਾ ਕੁਝ ਸਹੀ
ਤੇ ਸ਼ਿੱਦਤ ਨਾਲ ਮਹਿਸੂਸ ਹੋਣਾ ਸ਼ੁਰੂ ਹੋ ਜੇ ਤੇ ਫਿਰ ਉਹ ਆਪਣੇ ਆਪ ਤਬਦੀਲੀ ਵੱਲ ਨੂੰ ਵਧੇਗਾ। ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ। ਵਿਨੀਪੈਗ ਦੇ ਲੋਕ ਵਾਂਝੇ ਰਹਿ ਜਾਣਗੇ ਜੇ ਸੰਮਾਂ ਵਾਲੀ ਡਾਂਗ ਨਾਟਕ ਦੀ ਗੱਲ ਨਾ ਕਰੀਏ। ਵੇਖਣਾ ਤਾਂ ਉਹਨਾਂ ਨੇ ਹੈ ਨਹੀਂ ਹੁਣ, ਜੀ ਜਦੋਂ ਕਦੀ ਫਿਰ ਮੌਕਾ ਮਿਲਿਆ ਤਾਂ ਜ਼ਰੂਰ ਲੈ ਕੇ ਆਵਾਂਗੇ, ਆਨੰਦ ਮਾਣਾਂਗੇ। ਪਰ ਗੱਲ ਜ਼ਰੂਰ ਕਰੀਏ, ਸੰਮਾਂ ਵਾਲੀ ਡਾਂਗ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਇਕਲੌਤਾ ਨਾਟਕ ਸੀ। ਦਿੱਲੀ ਦੇ ਮੋਰਚੇ ਤੇ ਵੀ ਹੋਇਆ, ਥਾਂ ਥਾਂ ਤੇ ਜਿੱਥੇ ਵੀ ਉਹਨਾਂ ਨੇ ਇਕੱਠ ਕੀਤੇ, ਜਿੱਥੇ ਵੀ ਉਹਨਾਂ ਨੇ ਧਰਨੇ ਲਾਏ, ਮੁਜ਼ਾਹਰੇ ਕੀਤੇ, ਜ਼ੋਰਦਾਰ ਆਵਾਜ਼ ਵਿੱਚ ਲੋਕਾਂ ਦੇ ਕੰਨਾਂ ਤੱਕ ਪਹੁੰਚਿਆ ਜੀ। ਅੱਜ ਉਹ ਨਾਟਕ ਦੇਸ਼ ਵਿਦੇਸ਼ ਦੇ ਰੰਗਮੰਚ ਦੇ ਵਿੱਚ ਆਪਣਾ ਨਾਮ ਬਣਾ ਚੁੱਕਾ ਹੈ। ਕੀ ਸੀ ਨਾਟਕ ਦਾ ਨਾਂ? ਸੰਮਾਂ ਵਾਲੀ ਡਾਂਗ। ਤੇ ਡਾਂਗ ਵਾਕਿਆ ਹੀ ਉਹ ਸੰਮਾਂ ਵਾਲੀ ਮੁੱਢ ਤੇ ਜਿਹੜੀ ਜੱਟ ਰੱਖਦਾ ਉਹ ਗੱਲ ਸੀ ਜਾਂ ਇਹਦੇ ਚ ਕੋਈ ਵੱਖਰਾ ਸੁਨੇਹਾ ਹੈ? ਕੁਝ ਹੋਰ ਵੀ ਬਹੁਤ ਕੁਝ ਸੀ। ਨਾਟਕ ਮੈਂ ਮੋਰਚੇ ਤੋਂ ਪਹਿਲਾਂ ਲਿਖਿਆ ਸੀ 2019 ਦੇ ਵਿੱਚ, ਜਦੋਂ ਗੁਰਸ਼ਰਨ ਭਾਅ ਦਾ ਜਨਮ ਦਿਨ ਹੁੰਦਾ ਸਤੰਬਰ ਮਹੀਨੇ ਦੇ ਵਿੱਚ, ਉਦੋਂ 18 ਸਤੰਬਰ 2019 ਨੂੰ ਮੈਂ ਇਹਦੀ ਪਹਿਲੀ ਪੇਸ਼ਕਾਰੀ ਕੀਤੀ ਸੀ। ਇਹਦੇ ਵਿੱਚ ਨਾਟਕ ਪੂਰਾ ਕਿਸਾਨੀ ਜ਼ਿੰਦਗੀ ਤੇ ਆਧਾਰਿਤ ਸੀ, ਪਰ ਉਹ ਸਿਰਫ ਉਹਦੀ ਕੋਈ ਇੱਕ ਤਹਿ ਨਹੀਂ ਸੀ, ਇੱਕ ਪਰਤ ਨਹੀਂ ਸੀ ਫਰੋਲੀ ਹੋਈ, ਕਿਉਂਕਿ ਮੈਂ ਖੁਦ ਕਿਸਾਨੀ ਪਰਿਵਾਰ ਨੂੰ ਕਿਤੇ ਬਿਲੋਂਗ ਕਰਦਾ। ਤੇ ਮੈਨੂੰ ਇਹ ਸੀ ਕਿ ਉਹ ਕਿਸਾਨ ਜਿਹਨੂੰ ਆਪਾਂ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ਵਰਗੀਆਂ ਗੱਲਾਂ ਨਾਲ ਜੁੜਿਆ ਹੋਇਆ, ਤੇ ਮੈਂ ਦੇਖਦਾ ਰਿਹਾ ਕਿ ਬਹੁਤ ਹੱਸਦੀ ਪਸਦੀ ਜ਼ਿੰਦਗੀ, ਹਰ ਚੀਜ਼ ਨੂੰ ਚੜ੍ਹਦੀ ਕਲਾ ਵਿੱਚ ਲੈਣਾ, ਉਹ ਖੁਦਕੁਸ਼ੀ ਤੱਕ ਕਿਵੇਂ ਪਹੁੰਚ ਗਿਆ, ਇੰਨੀਆਂ ਮੁਸ਼ਕਿਲਾਂ 'ਚ ਕਿਵੇਂ ਕਰ ਗਿਆ, ਤੇ ਅੱਜ ਉਹਨੂੰ ਇਹ ਕਿਉਂ ਇਸ ਸਟੇਜ ਤੇ ਕਿਉਂ ਪਹੁੰਚ ਗਿਆ ਕਿ ਉਹਨੂੰ ਇਹ ਕਿਹਾ ਜਾ ਰਿਹਾ ਕਿ ਤੂੰ ਜ਼ਹਿਰਾਂ ਮਿਲਾ ਰਿਹਾ ਤੇ ਤੂੰ ਅੱਗਾਂ ਲਾ ਰਿਹਾ ਹੈ ਨਾ, ਲਾ ਰਿਹਾ, ਜ਼ਹਿਰਾਂ ਵੀ ਪਾ ਰਿਹਾ, ਸਭ ਕੁਝ ਕਰ ਰਿਹਾ। ਉੱਥੇ ਤੱਕ ਪਹੁੰਚਿਆ ਕਿਵੇਂ, ਇਹ ਕੰਡੀਸ਼ਨਿੰਗ ਕਿਹਨੇ ਕੀਤੀ, ਕਿਹਨੇ ਪਹੁੰਚਾਇਆ ਉਹਨੂੰ ਉੱਥੇ ਤੱਕ, ਜ਼ਿੰਮੇਵਾਰ ਕੌਣ ਹੈ? ਉਹ ਸਾਰੀਆਂ ਪਰਤਾਂ ਫਰੋਲਣ ਲਈ ਮੈਂ ਉਹ ਨਾਟਕ ਕੀਤਾ ਸੀ। ਤੇ ਉਹਦੇ ਵਿੱਚ ਉਹਦੀ ਪਰਿਵਾਰਕ ਜ਼ਿੰਦਗੀ ਕਿਵੇਂ ਅਸਰਅੰਦਾਜ਼ ਹੁੰਦੀ ਹੈ, ਫੌਜ ਕੀ ਹੈ, ਜ਼ਮੀਨ ਕੀ ਹੈ, ਮਿੱਟੀ ਨਾਲ ਉਹਦਾ ਕੀ ਰਿਸ਼ਤਾ, ਆਪਣੇ ਪਰਿਵਾਰ ਨਾਲ, ਧੀ ਪੁੱਤ ਨਾਲ ਕੀ ਰਿਸ਼ਤਾ ਹੈ, ਪੂਰੇ ਮੁਆਸ਼ਰੇ ਨਾਲ ਕੀ ਰਿਸ਼ਤਾ ਹੈ, ਤੇ ਫਿਰ ਕੀ ਉਹਨੂੰ ਪਤਾ ਵੀ ਹੈ ਕਿ ਉਹਦਾ ਸੰਘਰਸ਼ ਜੇ ਹੋਵੇ ਤਾਂ ਕਿੱਦਾਂ ਦਾ ਹੋਵੇ, ਤੇ ਉਸ ਸਟੇਜ ਤੱਕ ਫਿਰ ਉਹ ਕਿਵੇਂ ਚੱਲਦਾ ਅਖੀਰ ਦੇ ਵਿੱਚ ਫਿਰ ਉਹ ਸੱਤਾ ਨੂੰ ਵੰਗਾਰਦਾ ਕਿ ਜਿਹੜਾ ਜੋ ਮੇਰੀ ਹਾਲਤ ਅੱਜ ਹੈਗੀ ਹੈ, ਜਿਹੜਾ ਜ਼ੁਲਮ ਹੈ, ਜਿਹੜਾ ਸਾਨੂੰ ਦਬਾਇਆ ਜਾ ਰਿਹਾ, ਉਹ ਕਾਰਪੋਰੇਟਸ ਦਾ ਕਹਿ ਲਓ ਜਾਂ ਦਬਾਉਣ ਵਾਲੀਆਂ ਤਾਕਤਾਂ ਦਾ ਜਿਹੜਾ ਸੱਪ ਹੈ, ਉਹ ਜਦੋਂ ਇੱਧਰ ਉੱਧਰ ਤੁਰਿਆ ਫਿਰਦਾ, ਕਈ ਵਾਰ ਆਪਾਂ ਉਹਨੂੰ ਇਗਨੋਰ ਕਰਦੇ ਹਾਂ, ਪਰ ਹੁਣ ਜਦੋਂ ਸਥਿਤੀ ਆ ਗਈ ਕੋਈ ਸੱਪ ਘਰ ਆ ਵੜਿਆ, ਉਹ ਰਸੋਈ ਤੱਕ ਪਹੁੰਚ ਗਿਆ, ਤੇ ਫਿਰ ਉਹ ਕਹਿੰਦਾ ਵੀ ਫਿਰ ਡਾਂਗ ਚੁੱਕਣੀ ਪੈਣੀ ਹੈ, ਤੇ ਡਾਂਗ ਚੁੱਕ ਕੇ ਉਹਦੀ ਸਿਰੀ ਜਿਹੜੀ ਹੈਗੀ ਫੇਣੀ ਪੈਣੀ ਹੈ, ਵੀ ਉੱਦਾਂ ਨਹੀਂ ਗੱਲ ਬਣਨਾ, ਫਿਰ ਸੱਪ ਘਰ ਤੱਕ ਆ ਗਿਆ। ਉਸ ਵੇਲੇ ਉਹ ਸੰਮਾਂ ਵਾਲੀ ਡਾਂਗ ਇੱਕ ਸੰਬਲ ਦੇ ਤੌਰ ਤੇ ਉਹਦੀ ਹੈ ਨਾ, ਉਹਦੀ ਦਲੇਰੀ ਨੂੰ, ਉਹਦੀ ਮਜਬੂਰੀ ਵੀ, ਉਹਦੀ ਲਾਚਾਰੀ ਵੀ ਹੈ ਕਿ ਉਹ ਸੰਮਾਂ ਵਾਲੀ ਡਾਂਗ ਤੱਕ ਪਹੁੰਚਦਾ, ਤੇ ਉਹਦਾ ਪ੍ਰਤੀਕ ਵੀ ਹੈ ਅਣਖ ਦਾ ਤੇ ਸੰਘਰਸ਼ ਦਾ ਪ੍ਰਤੀਕ ਹੈ ਇੱਕ, ਉਹ ਜਿਹੜਾ ਵੀ ਉੱਥੇ ਤੱਕ ਪਹੁੰਚਦਾ। ਇਹ ਨਾਟਕ ਮੈਂ ਜਿੱਥੇ ਵੀ ਕੀਤਾ, ਪੰਜਾਬ ਦੇ ਬਹੁਤ ਸਾਰੇ ਪਿੰਡਾਂ 'ਚ ਕੀਤਾ, ਸ਼ਹਿਰਾਂ 'ਚ ਕੀਤਾ, ਚੰਡੀਗੜ੍ਹ ਵੀ ਕੀਤਾ। ਜਦੋਂ ਮੈਂ ਚੰਡੀਗੜ੍ਹ ਸ਼ੋਅ ਕੀਤਾ ਤੇ ਜਿਹੜੇ ਪਿਓਰ ਚੰਡੀਗੜ੍ਹੀਅਨਸ ਹੁੰਦੇ ਨੇ, ਜਿਨ੍ਹਾਂ ਨੂੰ ਥੋੜਾ ਜਿਹਾ ਪਰਸੈਪਸ਼ਨ ਹੋਰ ਹੁੰਦੀ ਹੈ ਕਿ ਨਹੀਂ ਇਹ ਤਾਂ ਜਿਹੜੇ ਜੱਟ ਜ਼ਿਮੀਂਦਾਰ ਨੇ, ਇਹ ਤਾਂ ਜ਼ਹਿਰਾਂ ਪਾਉਂਦੇ ਨੇ, ਦਵਾਈਆਂ ਪਾਉਂਦੇ ਨੇ, ਇਸ ਤਰ੍ਹਾਂ, ਜਦੋਂ ਉਹਨਾਂ ਸਾਹਮਣੇ ਨਾਟਕ ਪੇਸ਼ ਕੀਤਾ ਤੇ ਉਹ ਰੋਏ। ਉਹ ਕਹਿੰਦੇ ਸਾਨੂੰ ਅੱਜ ਪਹਿਲੀ ਵਾਰੀ ਮਹਿਸੂਸ ਹੈ ਕਿ ਅਸੀਂ ਤਾਂ ਸਿੰਗਲ ਹੈਂਡਡਲੀ ਸਿਰਫ ਉਹਨਾਂ ਨੂੰ ਹੀ ਅਸੀਂ ਤਾਂ ਕਸੂਰਵਾਰ ਸਮਝੀ ਜਾਂਦੇ ਹਾਂ, ਲੇਕਿਨ ਅੱਜ ਤੁਸੀਂ ਖੋਲ ਕੇ ਰੱਖਤੀ ਗੱਲ ਕਿ ਕਸੂਰ ਕਿੱਥੇ ਕਿੱਥੇ ਪਿਆ ਹੈ ਨਾ, ਸਾਰਾ ਕੁਝ ਹੈਗਾ। ਸੋ ਮੈਨੂੰ ਲੱਗਾ ਕਿ ਅੱਛਾ ਮਕਸਦ ਹੈ। ਫਿਰ ਜਦੋਂ ਮੈਂ ਇੰਗਲੈਂਡ ਲੈ ਕੇ ਗਿਆ, ਇੰਗਲੈਂਡ 'ਚ ਮੈਂ ਬਹੁਤ ਸ਼ੋਅ ਕੀਤੇ ਉਹਦੇ, ਹੁਣ ਵੀ ਮੈਂ ਇੰਗਲੈਂਡ ਜਦੋਂ ਗਿਆ ਫਿਰ ਦੁਬਾਰਾ 2-3 ਸ਼ੋਅ ਕੀਤੇ, ਉੱਥੇ ਵੀ ਲੋਕਾਂ ਦਾ ਬਹੁਤ ਤਕੜਾ ਰਿਸਪੌਂਸ ਮਿਲਿਆ। ਪਰ ਐਤਕੀ ਕੈਨੇਡਾ ਦੇ ਵਿੱਚ ਮੈਂ ਧੰਨ ਲਖਾਰੀ ਨਾਨਕਾ ਦੀ ਕਿਉਂਕਿ ਪੇਸ਼ਕਾਰੀ ਕਰ ਰਿਹਾ, ਤੇ ਜ਼ਰੂਰ ਕਿਤੇ ਫੇਰ ਸਬੱਬ ਬਣਿਆ ਤੇ ਸੰਮਾਂ ਵਾਲੀ ਡਾਂਗ ਲੈ ਕੇ ਇੱਥੇ ਹੁਣ ਆਪਾਂ ਧੰਨ ਲਖਾਰੀ ਨਾਨਕਾ ਬਾਰੇ ਵੀ ਗੱਲ ਕਰ ਲਈਏ ਜੀ। ਸਾਡੇ ਦਰਸ਼ਕ ਇਹ ਪ੍ਰੋਗਰਾਮ ਤੁਹਾਡੇ ਨਾਲ ਜਿਹੜੀ ਇੰਟਰਵਿਊ ਅਸੀਂ ਕਰ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਇਹਨੂੰ ਤਾਂ 1-2 ਦਿਨਾਂ ਬਾਅਦ ਵੇਖਣਗੇ ਨਾਟਕ, ਲੋਕਾਂ ਨੇ ਅੱਜ ਵੇਖ ਲੈਣਾ। ਜੀ ਠੀਕ ਹੈ ਜੀ। ਜਿਹੜੇ ਨਾਟਕ ਨਹੀਂ ਵੇਖਣ ਆ ਸਕਣਗੇ ਉਹਨਾਂ ਨੂੰ ਤੁਹਾਡੀ ਗੱਲਬਾਤ ਰਾਹੀਂ ਇੱਕ ਜਿਗਿਆਸਾ ਜੀ ਬਣੀ ਰਹੇਗੀ, ਤੇ ਅਗਲੀ ਵਾਰੀ ਫਿਰ ਕੋਸ਼ਿਸ਼ ਕਰਨਗੇ ਕਿ ਉਹ ਐਡਵਾਂਸ ਵਿੱਚ ਟਿਕਟਾਂ ਲੈਣ ਜਾਂ ਐਡਵਾਂਸ ਵਿੱਚ ਪ੍ਰਬੰਧ ਕਰਨ ਕਿ ਅਸੀਂ ਨਾਟਕ ਵੇਖਣ ਆਉਣਾ। ਧੰਨ ਲਖਾਰੀ ਨਾਨਕਾ ਨਾਟਕ ਨਾਂ ਤੋਂ ਲੱਗਦਾ ਜਿਵੇਂ ਤੁਸੀਂ ਲੇਖਕਾਂ ਨੂੰ ਕੋਈ ਵੰਗਾਰ ਦੇ ਰਹੇ ਹੋ। ਜੀ ਇਹ ਸੱਚ ਹੈ? ਬਿਲਕੁਲ ਸੱਚ ਹੈ, ਬਿਲਕੁਲ। ਧੰਨ ਲਖਾਰੀ ਨਾਨਕਾ ਇੱਕ ਉਹ ਨਾਟਕ ਹੈ ਜਿਹੜਾ ਹੋਂਦ ਵਿੱਚ ਇਸ ਕਰਕੇ ਆਇਆ ਕਿ ਬੜੇ ਸਾਲਾਂ ਤੋਂ, ਬੜੀ ਦੇਰ ਤੋਂ ਮੈਂ ਇੱਕ ਸਵਾਲ ਨਾਲ ਦੋ ਚਾਰ ਹੋ ਰਿਹਾ ਸੀ ਕਿ ਲੇਖਕ, ਆਪਾਂ ਕਹਿੰਦੇ ਲੇਖਕ ਸਮਾਜ ਪ੍ਰਤੀ ਪ੍ਰਤੀਬੱਧ ਹੋਣਾ ਚਾਹੀਦਾ, ਸਮਾਜ ਨਾਲ ਉਹਦਾ ਰਿਸ਼ਤਾ ਬਣਦਾ, ਰਿਸ਼ਤਾ ਹੈਗਾ ਵੀ ਹੈ ਕਿ ਆਪਾਂ ਉਹੀ ਗੱਲਾਂ ਮਾਰਦੇ ਹਾਂ, ਜੇ ਹੈਗਾ ਤਾਂ ਫਿਰ ਉਹ ਕਿੱਦਾਂ ਦਾ ਹੋਣਾ ਚਾਹੀਦਾ, ਸਮਾਜ ਪ੍ਰਤੀ ਲੇਖਕ ਜ਼ਿੰਮੇਵਾਰ ਹੋਵੇ ਤੇ ਕਲਾਕਾਰ, ਤੇ ਕਿੱਦਾਂ ਹੋਵੇ। ਉਸ ਸਵਾਲ ਨੂੰ ਲੱਭਦਿਆਂ ਫਿਰ ਮੈਂ ਇਹ ਨਾਟਕ ਲਿਖਣਾ ਸ਼ੁਰੂ ਕੀਤਾ। ਫਿਰ ਉਹਦੇ ਵਿੱਚ ਦੋ ਚੀਜ਼ਾਂ ਮੈਨੂੰ ਮੁੱਖ ਤੌਰ ਦੇ ਉੱਤੇ, ਇੱਕ ਤਾਂ ਨਾਟਕ ਦਾ ਨਾਮ ਇਸ ਕਰਕੇ ਆਇਆ ਕਿ ਜਦੋਂ ਮੈਂ ਸ਼੍ਰੀ ਗੁਰੂ ਨਾਨਕ ਦੇਵ ਜੀ ਕੋਲ ਗਿਆ ਹੈ ਨਾ, ਵੀ ਪ੍ਰੇਰਣਾ ਲੈਣ ਲਈ, ਮੈਂ ਉਹਨਾਂ ਨੂੰ ਪੜ੍ਹਿਆ ਬਹੁਤ ਸਾਰਾ, ਤੇ ਮੈਨੂੰ 3 ਚੀਜ਼ਾਂ ਬਹੁਤ ਖੂਬਸੂਰਤ ਲੱਗੀਆਂ ਕਿ ਇੱਕ ਤਾਂ ਉਹਨਾਂ ਦੀ ਸਾਰੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਨਿਰੋਲ ਸੱਚ ਨਾਲ ਜੁੜੀ ਹੋਈ ਹੈ, ਕਿ ਉਹਨਾਂ ਦੇ ਪੱਲੇ ਸੱਚ ਹੈ, ਸੱਚ ਵੀ ਐਸਾ ਇਹੋ ਜਿਹਾ ਜਿਹਨੂੰ ਆਪਾਂ ਯੂਨੀਵਰਸਲ ਟਰੂਥ ਕਹਿੰਦੇ ਆ। ਫਿਰ ਉਸ ਸੱਚ ਨੂੰ ਉਹ ਪੇਸ਼ ਕਰਨ ਲੱਗਿਆ ਜੁਰਤ
ਯੂਜ਼ ਕਰਦੇ ਆ ਕਿ ਕਿਤੇ ਨਾ ਪੁਜਾਰੀ ਵਰਗ ਤੋਂ ਡਰਦੇ ਆ ਨਾ ਸ਼ਾਸਕ ਤੋਂ ਡਰਦੇ ਆ। ਤੀਸਰੀ ਖੂਬਸੂਰਤ ਗੱਲ ਸੀ ਵੀ ਉਹ ਸਾਰਾ ਸੱਚ ਜਿਹੜਾ ਜੁਰਤ ਨਾਲ ਪੇਸ਼ ਕਰਦੇ ਆ ਉਹ ਕਲਾਤਮਕ ਤਰੀਕੇ ਨਾਲ ਪੇਸ਼ ਕੀਤਾ ਹੋਇਆ, ਸਾਰਾ ਰਾਗ ਤੇ ਤਾਲ ਦੇ ਵਿੱਚ ਸੁਰ ਦੇ ਵਿੱਚ ਪੇਸ਼ ਕੀਤਾ ਹੋਇਆ। ਤਾਂ ਹੀ ਉਹਨਾਂ ਦੀ ਕਨਵਿੰਸਿੰਗ ਪਾਵਰ, ਜਦੋਂ ਆਪਾਂ ਕਹਿੰਦੇ ਨਾ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਕਨਵਿੰਸ ਕਰ ਲੈਂਦੇ ਸੀ ਹਰ ਇੱਕ ਨੂੰ, ਹੈ ਨਾ, ਆਪਣੇ ਤਰਕ ਨਾਲ, ਦਲੀਲ ਦੇ ਨਾਲ। ਤਾਂ ਮੈਨੂੰ ਲੱਗਾ ਕਿ ਇੱਕ ਲੇਖਕ ਨੇ ਜੇ ਸੱਚ ਪੇਸ਼ ਕਰਨਾ, ਜੁਰਤ ਨਾਲ ਪੇਸ਼ ਕਰਨਾ, ਕਲਾਤਮਕ ਤਰੀਕੇ ਨਾਲ ਪੇਸ਼ ਕਰਨਾ, ਤੇ ਫਿਰ ਬਾਬਾ ਨਾਨਕ ਇੱਕ ਅਸੀਸ ਬਣ ਕੇ ਤੁਹਾਡੇ ਪਿੱਛੇ ਖੜਾ ਆ। ਉਹਨਾਂ ਤੋਂ ਸੇਧ ਲੈਣੀ ਪਏਗੀ। ਫਿਰ ਮੈਂ ਕੁਝ ਕਹਾਣੀਆਂ ਜਿਹੜੀਆਂ ਸਮਾਜ ਦੇ ਵਿੱਚ ਆਲੇ ਦੁਆਲੇ, ਜਿਵੇਂ ਸਿਟੀਜ਼ਨ ਅਮੈਂਡਮੈਂਟ ਐਕਟ ਹੈ, ਜਾਂ ਲੜਕੀਆਂ ਨਾਲ ਬਲਾਤਕਾਰ ਹੋ ਰਿਹਾ ਹੈ, ਜਾਂ 84 ਦਾ ਇਨਸਾਫ ਹੁਣ ਤੱਕ ਨਹੀਂ ਮਿਲਿਆ, ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਉਹਨਾਂ ਨੂੰ ਮੈਨੂੰ ਲੱਗਾ ਵੀ ਜਿਹੜੀ ਸੱਤਾ ਹੈ ਨਾ, ਸੱਤਾ ਦੇ ਨਾਲ ਇੱਧਰ ਉੱਧਰ ਜੁੜੇ ਹੋਏ ਲੋਕ ਉਹ ਕੀ ਕਰਦੇ ਨੇ ਕਿ ਘਟਨਾ ਵਾਪਰਦੀ ਹੈ, ਥੋੜੀ ਦੇਰ ਉਹਦੀ ਅੱਗ ਫੈਲੀ ਰਹਿੰਦੀ ਹੈ, ਉਸ ਤੋਂ ਬਾਅਦ ਉਹ ਇਹ ਨਾ ਉਹਨੂੰ ਡੈਡ ਸਟੋਰੀ ਬਣਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਤੇ ਦੱਬੇ ਮੁਰਦੇ ਆ, ਇਹਨਾਂ ਨੂੰ ਨਾ ਉਖਾੜੋ, ਅੱਗੇ ਤੁਰੋ। ਲੇਕਿਨ ਜਿਨ੍ਹਾਂ ਦੇ ਨਾਲ ਵਾਪਰੀ, ਜਿਨ੍ਹਾਂ ਦਿਲ ਦੇ ਵਿੱਚ ਚੀਜ਼ ਹੈ, ਉਹ ਕਿੱਦਾਂ ਇਹਨੂੰ ਸਮਝ ਲੈਣ। ਸੋ ਫਿਰ ਮੈਂ ਡਿਜ਼ਾਈਨ ਨਾਟਕ ਦਾ ਇਦਾਂ ਦਾ ਕੀਤਾ ਕਿ ਕੁਝ ਦੱਬੀਆਂ ਹੋਈਆਂ ਕਹਾਣੀਆਂ ਸਟੇਜ ਉੱਤੇ ਪਈਆਂ ਨੇ, ਤੇ ਲੇਖਕ ਉਹਨਾਂ ਦੱਬੀ ਹੋਈ ਕਹਾਣੀ ਦੇ ਉੱਤੋਂ ਪਰਦਾ ਚੁੱਕਦਾ ਤੇ ਉਹਨਾਂ ਦੀ ਜਾਨ ਪਾਉਂਦਾ, ਲੇਕਿਨ ਜਾਨ ਪਾਉਂਦਾ ਹੋਇਆ ਖੁਦ ਉਹਦੇ ਵਿੱਚ ਪ੍ਰਵੇਸ਼ ਕਰਦਾ। ਉੱਥੋਂ ਉਹਨੂੰ ਕੋਈ ਚੀਜ਼ਾਂ ਲੱਭਦੀਆਂ, ਉਹਨਾਂ ਚੀਜ਼ਾਂ ਦੇ ਨਾਲ ਫਿਰ ਉਹ ਸਟੋਰੀ ਇਨੈਕਟ ਕਰਦਾ। ਇੱਦਾਂ ਕੋਈ 5-6 ਕਹਾਣੀਆਂ ਨੇ ਇਸ ਨਾਟਕ ਦੇ ਵਿੱਚ। ਫਿਰ ਉਹ ਕਹਾਣੀਆਂ ਦੇ ਵਿੱਚੋਂ ਗੁਜ਼ਰਦਾ ਆਪਣੀ ਧੀ ਦੇ ਨਾਲ ਵਾਰਤਾਲਾਪ ਕਰਦਾ, ਅਖੀਰ ਵਿੱਚ ਉਹ ਇਸ ਨਿਰਣੇ ਤੇ ਪਹੁੰਚਦਾ ਕਿ ਹੁਣ ਮੈਂ ਟੋਟਲੀ ਕਲੀਅਰ ਹੋ ਗਿਆ, ਹੁਣ ਮੈਂ ਜਾਗਦੇ ਸਿਰਾਂ ਦੀ ਬਾਤ ਹੋਰ ਖੁੱਲ੍ਹ ਕੇ ਪਾਣੀ ਹੈ, ਤੇ ਮੈਂ ਇਹ ਮੈਸੇਜ ਲੈ ਕੇ ਜਾਣਾ ਕਿ ਗੱਲ ਸਿਰ ਦੀ ਹੋਣੀ ਚਾਹੀਦੀ ਹੈ। ਉਹ ਸਿਰ ਚਾਹੇ ਪੱਗ ਦੇ ਥੱਲੇ ਹੋਵੇ, ਚਾਹੇ ਚੁੰਨੀ ਦੇ ਥੱਲੇ ਹੋਵੇ, ਚਾਹੇ ਟੋਪੀ ਦੇ ਥੱਲੇ ਹੋਵੇ, ਤੇ ਚਾਹੇ ਹੋਵੇ ਨੰਗਾ, ਪਰ ਸਿਰ ਹੋਣਾ ਚਾਹੀਦਾ ਤੇ ਜਾਗਦਾ ਹੋਇਆ ਸਿਰ ਹੋਣਾ ਚਾਹੀਦਾ, ਤੇ ਲੇਖਕ ਨੂੰ ਉਸ ਜਾਗਦੇ ਸਿਰ ਦੀ ਬਾਤ ਪਾਉਣੀ ਚਾਹੀਦੀ ਹੈ। ਇਹ ਇਸ ਨਾਟਕ ਦਾ ਬਿਲਕੁਲ ਠੀਕ ਗੱਲ ਤੁਹਾਡੀ। ਜਿਵੇਂ ਗੁਰਸ਼ਰਨ ਭਾਜੀ ਇੱਕ ਸੂਤਰਧਾਰ ਦੇ ਤੌਰ ਤੇ ਕਈ ਵਾਰੀ ਬਹੁਤੀਆਂ ਪਾਤਰਾਂ ਦੀਆਂ ਗੱਲਾਂ ਉਹ ਖੁਦ ਕਵਰ ਕਰ ਜਾਂਦੇ ਸੀ। ਪਾਤਰ ਤਾਂ ਉਹਨਾਂ ਦੇ ਨਾਲ ਸਹਾਇਕ ਦੇ ਤੌਰ ਤੇ ਕੰਮ ਕਰਦੇ ਸੀ, ਪਰ ਬਹੁਤੀ ਗੱਲ ਉਹ ਆਪਦੇ ਮੂੰਹ ਇੱਕ ਪਾਤਰੀ ਤੌਰ ਤੇ ਕਰਦੇ। ਤੁਹਾਡੇ ਨਾਟਕ ਇਹ ਇੱਕ ਪਾਤਰੀ ਜੀ। ਇਹ ਟੈਕਨੀਕ ਉਹੀਓ ਹੈ ਜਾਂ ਤੁਸੀਂ ਟੈਕਨੀਕ ਨੂੰ ਮਾਡਰਨ ਤਰੀਕੇ ਦੇ ਨਾਲ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ? ਨਹੀਂ, ਇਹ ਡਿਫਰੈਂਟ ਹੈ ਤਕਨੀਕ। ਇਹਦੇ ਵਿੱਚ ਇਹ ਹੈ ਕਿ ਇੱਕ ਪਾਤਰੀ ਮੈਂ ਕਰਨ ਦੇ ਪਿੱਛੇ ਨਾ ਇੱਕ ਬੜਾ ਥੀਮੈਟਿਕ ਕੋਈ ਮੇਰੀ ਵਿਚਾਰ ਹੈ ਕੋਈ ਕਿ ਮੈਂ ਕਿਉਂ ਕਰ ਰਿਹਾ। ਮੈਨੂੰ ਸੀ ਵੀ ਜਦੋਂ ਮੈਂ ਇਹ ਕਹਿਣਾ ਚਾਹਨਾ ਵੀ ਇੱਕ ਲੇਖਕ ਸਮਾਜ ਦੇ ਦੁੱਖ ਦਰਦ ਨੂੰ ਮਹਿਸੂਸ ਕਰੇ, ਫਿਰ ਉਸ ਦੁੱਖ ਦਰਦ ਨੂੰ ਪੇਸ਼ ਕਰੇ, ਤਾਂ ਮੈਂ ਇੱਕ ਬਤੌਰ ਲੇਖਕ ਜੇ ਕਿਰਦਾਰ ਨਿਭਾ ਰਿਹਾ ਹਾਂ ਤਾਂ ਉਹ ਲੇਖਕ ਹਰ ਸਟੋਰੀ ਦਾ ਕਿਰਦਾਰ ਖੁਦ ਬਣਨਾ ਚਾਹੀਦਾ ਹੈ, ਤਾਂ ਕਿ ਉਹ ਨਿੱਜੀ ਤੌਰ ਤੇ ਅੰਦਰ ਵੜ ਕੇ ਉਸ ਦੀ ਰੂਹ ਦੀ ਸ਼ਿੱਦਤ ਨਾਲ ਉਸ ਪਾਤਰ ਦੇ ਦਰਦ ਨੂੰ ਮਹਿਸੂਸ ਕਰੇ। ਤੇ ਜਦੋਂ ਉਹਨਾਂ ਦੇ ਵਿੱਚੋਂ ਖੁਦ ਨਿਕਲ ਕੇ ਆਏਗਾ ਇੱਕੋ ਹੀ ਕੈਰੈਕਟਰ ਜੋ ਹੈਗਾ, ਦੈਨ ਜਿਹੜਾ ਉਹਦੇ ਵੱਲੋਂ ਡਿਸੀਜਨ ਐਂਡ ਤੇ ਲਿਆ ਜਾਊਗਾ ਕਿ ਮੈਂ ਜਾਗਦੇ ਸਿਰਾਂ ਦੀ ਬਾਤ ਪਾਣੀ ਹੈ, ਆਡੀਅנס ਨੂੰ ਰਿਲੇਟੇਬਲ ਲੱਗੂਗਾ। ਠੀਕ ਕਿ ਆਹੀ ਇੱਕ ਇਨਸਾਨ ਸੀ ਜਿਹੜਾ ਅਲੱਗ-ਅਲੱਗ ਕਹਾਣੀਆਂ ਦੇ ਵਿੱਚ ਪਾਤਰ ਬਣਦਾ ਹੋਇਆ ਹੁਣ ਇਹ ਗੱਲ ਕਹਿ ਰਿਹਾ, ਫਿਰ ਉਹ ਓਪਰੀ ਨਹੀਂ ਲੱਗੂਗੀ ਗੱਲ, ਹਰ ਵਾਰੀ ਨਵੇਂ ਰੂਪ ਫਿਰ ਓਪਰੀ ਨਹੀਂ ਲੱਗੂਗੀ। ਇਸ ਕਰਕੇ ਉਹਨੂੰ ਫਿਰ ਮੈਂ ਇੱਕ ਪਾਤਰੀ ਦੇ ਤੌਰ ਤੇ ਕੀਤਾ, ਤੇ ਉਹ ਜਿੰਨੀ ਜਗ੍ਹਾ ਵੀ ਕੀਤਾ 1 ਘੰਟਾ 45 ਮਿੰਟ ਦਾ ਨਾਟਕ ਹੈ। ਕਿੱਥੇ ਹੁਣ ਤੱਕ ਨਾਟਕ ਇਹਦਾ ਮੰਚਨ ਹੋ ਚੁੱਕਾ? ਇਹਦਾ ਮੰਚਨ ਸਭ ਤੋਂ ਪਹਿਲਾਂ ਜਲੰਧਰ ਕੀਤਾ ਸੀ, ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ। ਉਸ ਤੋਂ ਬਾਅਦ ਫਿਰ ਮੈਂ ਇੰਗਲੈਂਡ ਗਿਆ। ਇੰਗਲੈਂਡ ਦੇ ਵਿੱਚ ਲਗਭਗ ਇੰਗਲੈਂਡ ਦੇ ਸਾਰੇ ਸ਼ਹਿਰਾਂ 'ਚ, ਸਕਾਟਲੈਂਡ 'ਚ ਵੀ ਇਹਦੀਆਂ ਪੇਸ਼ਕਾਰੀਆਂ ਕੀਤੀਆਂ। ਲਗਭਗ ਜਿੰਨੇ ਵੀ ਇੰਗਲੈਂਡ ਦੇ ਸ਼ਹਿਰ ਨੇ ਮੇਨ ਸਾਰਿਆਂ 'ਚ ਸ਼ੋਅ ਕੀਤਾ। ਫਿਰ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 2 ਸ਼ੋਅ ਹੋਏ ਆ, ਇੱਕ ਸਰੀ 'ਚ ਹੋਇਆ ਸੀ, ਫਿਰ ਇੱਕ ਔਨ ਡਿਮਾਂਡ ਇੱਕ ਸ਼ੋਅ ਹੋਰ ਹੋਇਆ, ਉਹ ਫਿਰ ਡੈਲਟਾ ਦੇ ਵਿੱਚ ਹੋਇਆ। ਤੇ ਦੋਨੋਂ ਸ਼ੋਅ ਮਤਲਬ ਕਿ ਹਾਊਸਫੁੱਲ ਸੀ, ਓਵਰ ਕਰਾਊਡਡ ਸੀ, ਲੋਕੀ ਖੜੇ ਸੀ ਦੋਨੋਂ ਹੀ ਪੇਸ਼ਕਾਰੀਆਂ ਦੇ ਵਿੱਚ, ਲੇਕਿਨ 1 ਘੰਟਾ 45 ਮਿੰਟ ਤੱਕ ਉਹ ਖੜੇ ਹੀ ਰਹੇ। ਇਸ ਗੱਲ ਤੋਂ ਬੜਾ ਹੌਸਲਾ ਮਿਲਦਾ ਕਿ 1 ਘੰਟਾ 45 ਮਿੰਟ ਲੋਕੀ ਨਾ ਅੰਗੇਜ ਹੋਏ ਆ। ਤੇ ਹੁਣ ਜਿੱਦਾਂ ਵਿਨੀਪੈਗ ਸ਼ੋਅ ਹੈ, ਤੇ ਨੈਕਸਟ ਵੀਕ ਫਿਰ ਟੋਰਾਂਟੋ ਹੈ, ਫਿਰ ਉਸ ਤੋਂ ਬਾਅਦ ਕੈਲਗਰੀ ਹੈ, ਫਿਰ ਐਡਮਿੰਟਨ ਹੈ, ਤੇ ਫਿਰ ਇੰਡੀਆ ਜਾ ਕੇ ਕੁਛ ਇਹਦੇ ਪੇਸ਼ਕਾਰੀਆਂ ਹੋਰ ਹੋਣਗੀਆਂ ਪਲਾਨ ਕਰਾਂਗਾ। ਇੰਡੀਆ ਵਿੱਚ ਚੰਡੀਗੜ੍ਹ ਜਾਂ ਦਿੱਲੀ ਜਾਂ ਹੋਰਾਂ ਵੱਡਿਆਂ ਸ਼ਹਿਰਾਂ ਵਿੱਚ ਵੀ ਇਸ ਦੀ ਪੇਸ਼ਕਾਰੀ ਹੋਈ? ਨਹੀਂ, ਹਲੇ ਹੋਣੀਆਂ ਨੇ। ਕੀ ਲੱਗਦਾ ਤੁਹਾਨੂੰ ਇਹ ਨਾਟਕ ਜਿਹੜਾ ਬੜਾ ਸੰਵੇਦਨਸ਼ੀਲ ਮੁੱਦੇ ਤੁਸੀਂ ਇਹਦੇ ਵਿੱਚ ਇਨਵੋਲਵ ਕੀਤੇ ਹੈਗੇ ਆ, ਉਹਨੂੰ ਛੋਟੀਆਂ ਕਹਾਣੀਆਂ ਨੂੰ ਇੱਕ ਲੜੀ 'ਚ ਪਰੋਇਆ ਹੈਗਾ, ਪਿੰਡਾਂ ਵਿੱਚ ਵੀ ਨਾਟਕ ਕਾਮਯਾਬੀ ਹਾਸਲ ਕਰੇਗਾ ਉਸੇ ਤਰੀਕੇ ਨਾਲ? ਬਿਲਕੁਲ ਹੋਏਗਾ। ਮੈਂ ਜਦੋਂ ਕੋਈ ਵੀ ਨਾਟਕ ਕਰਦਾ, ਮੈਂ ਇਹ ਨਹੀਂ ਟਾਰਗੇਟ ਕਰਦਾ ਕਿ ਇਹ ਨਾਟਕ ਪਿੰਡ 'ਚ ਹੋਏਗਾ ਜਾਂ ਇਹ ਨਾਟਕ ਸ਼ਹਿਰ 'ਚ ਹੋਏਗਾ। ਮੈਨੂੰ ਕਿ ਲੋਕ ਜਿੱਥੇ ਵੀ ਬੈਠੇ ਨੇ, ਜਿੱਥੇ ਵੀ ਉਹ ਰੰਗਮੰਚ ਨੂੰ ਪਿਆਰ ਕਰਦੇ ਨੇ, ਉਸ ਪਿੰਡ 'ਚ ਬੈਠੇ, ਕਸਬੇ 'ਚ ਬੈਠੇ, ਸ਼ਹਿਰ 'ਚ ਬੈਠੇ, ਜਾਂ ਕਿਸੇ ਮੈਟਰੋਪੋਲੀਟਨ ਸਿਟੀ ਦੇ ਵਿੱਚ ਬੈਠੇ ਆ, ਸਾਰਿਆਂ ਤੱਕ ਹੀ ਜਾਣਾ ਚਾਹੀਦਾ। ਔਰ ਮੇਰੇ ਨਾਟਕ ਦੀ ਡਿਜ਼ਾਈਨਿੰਗ ਵੀ ਇਸ ਤਰ੍ਹਾਂ ਦੀ, ਕੰਟੈਂਟ ਉਹਦਾ ਇਸ ਤਰ੍ਹਾਂ ਦਾ ਹੈ ਕਿ ਚਾਹੇ ਮੈਂ ਸਧਾਰਨ ਪਿੰਡ 'ਚ ਜਾ ਕੇ ਕਰਾਂਗਾ, ਚਾਹੇ ਮੈਂ ਕਿਤੇ ਹੋਰ ਕਰਾਂਗਾ, ਮੇਰੇ ਅੰਦਰ ਜਿਹੜਾ ਇੱਕ ਲੋਕਾਂ ਨਾਲ ਜੁੜਨ ਦਾ ਵਿਸ਼ਵਾਸ ਹੈ, ਉਹ ਮੈਨੂੰ ਕਦੇ ਵੀ ਇਹ ਗੱਲ ਨਹੀਂ ਕਹਿੰਦਾ ਕਿ ਫਲਾਣੀ ਜਗ੍ਹਾ ਇਹ ਨਾਟਕ ਕਾਮਯਾਬ ਨਹੀਂ ਹੋਏਗਾ। ਉਹ ਮਤਲਬ ਵਿਸ਼ਵਾਸ ਅੰਦਰ ਬਣਿਆ ਹੋਇਆ। ਗਿਣਤੀ ਦੇ ਤੌਰ ਤੇ ਕਿੰਨੇ ਸ਼ੋਅ ਹੋ ਚੁੱਕੇ ਇਸ ਨਾਟਕ ਦੇ? ਇਸ ਨਾਟਕ ਦੇ ਹੁਣ ਤੱਕ 20 ਸ਼ੋਅ ਹੋਏ ਆ। ਠੀਕ। ਤੇ ਬਾਕੀ ਸ਼ੋਅਸ ਕਰਨੇ, ਕਿਉਂਕਿ ਜਦੋਂ ਇਹਦਾ ਸ਼ੋਅ ਕੀਤਾ ਸੀ ਪਹਿਲਾ ਸ਼ੋਅ, ਉਸ ਤੋਂ ਬਾਅਦ ਫਿਰ ਉਹ ਕੋਵਿਡ ਆ ਗਿਆ, ਕਾਫੀ ਚੀਜ਼ਾਂ ਬੰਦ ਰਹੀਆਂ,
ਤੇ ਫਿਰ ਸਮ ਵਾਲੀ ਡਾਂਗ ਵਾਲੇ ਪਾਸੇ ਮੈਂ ਜ਼ਿਆਦਾ ਤੁਰ ਪਿਆ, ਕਿਸਾਨ ਮੂਵਮੈਂਟ ਆ ਗਈ ਸੀ, ਫਿਰ ਉਹਦੇ ਬਹੁਤ ਸਾਰੇ ਸ਼ੋਅ ਕੀਤੇ, ਇਹ ਰੁਕ ਗਿਆ ਸੀ। ਹੁਣ ਫਿਰ ਇੰਗਲੈਂਡ ਵਾਲਿਆਂ ਨੇ ਜਦੋਂ ਇਨਵੀਟੇਸ਼ਨ ਭੇਜਿਆ ਕਿ ਤੁਸੀਂ ਇਹ ਕਰੋ, ਉੱਥੋਂ ਫਿਰ ਦੁਬਾਰਾ ਕੀ ਕਹਿੰਦੇ ਬਲੈਤੀਏ ਦਰਸ਼ਕ? ਉਹ ਤੇ ਮਤਲਬ ਉਹ ਕਹਿੰਦੇ ਵੀ ਅਸੀਂ ਬਹੁਤ ਥੀਏਟਰ ਦੇਖਿਆ, ਈਵਨ ਉਹ ਜਿਹੜਾ ਉੱਥੇ ਇੰਗਲਿਸ਼ ਥੀਏਟਰ ਹੁੰਦਾ ਉਹਦੇ ਨਾਲ ਵੀ ਕੰਪੈਰੀਜ਼ਨ ਕਰਦੇ ਨੇ ਕਿ ਅਸੀਂ ਇੰਨਾ ਪ੍ਰਾਊਡ ਫੀਲ ਕਰਦੇ ਹਾਂ ਕਿ ਸਾਡੇ ਉੱਥੇ ਜਿਹੜੇ ਹੈਗੇ ਆ ਵੱਡੇ ਵੱਡੇ ਅਦਾਕਾਰ, ਉਹਨਾਂ ਦੇ ਬਰਾਬਰ ਸਾਡਾ ਇੱਕ ਅਦਾਕਾਰ ਖੜ ਰਿਹਾ ਤੇ ਉਸੇ ਤਰ੍ਹਾਂ 1 ਘੰਟਾ 45 ਮਿੰਟ ਲਈ ਇੰਗੇਜ ਕਰ ਰਿਹਾ। ਐਂਡ ਉਹ ਕਹਿੰਦੇ ਕਿ ਅਸੀਂ ਬਹੁਤ ਸਾਰਾ ਥੀਏਟਰ ਦੇਖਿਆ, ਸੋਲੋ ਵੀ ਕੁਝ ਦੇਖਿਆ, ਪਰ ਇਦਾਂ ਦਾ ਜ਼ਿੰਦਗੀ 'ਚ ਨਹੀਂ ਦੇਖਿਆ। ਮਤਲਬ ਬਹੁਤ ਖੁਸ਼ ਨੇ ਸਕ੍ਰਿਪਟ ਦੇ ਵਿੱਚ ਆਪਦੇ ਜਿਹੜੇ ਪਾਤਰ ਦੇ ਤੌਰ ਤੇ ਤੁਸੀਂ ਸਟੇਜ ਤੇ ਆਉਂਦੇ ਹੋ, ਬੇਟੀ ਨਾਲ ਗੱਲ ਕਰਦੇ ਹੋ। ਜੀ ਜੀ ਜੀ। ਸਕ੍ਰਿਪਟ ਨੂੰ ਲਿਖਣ ਵਿੱਚ ਬੇਟੀ ਨੇ ਕੁਝ ਯੋਗ ਦਿੱਤਾ ਜਾਂ ਰੋਜ਼ੀ ਨੇ ਦਿੱਤਾ ਸੀ? ਨਹੀਂ, ਸਕ੍ਰਿਪਟ ਤੇ ਮੈਂ ਖੁਦ ਹੀ ਲਿਖੀ ਹੈ, ਕਿਉਂਕਿ ਲਿਖਣ ਦਾ ਜ਼ਿੰਮੇਵਾਰੀ ਪਰਿਵਾਰ 'ਚ ਮੇਰੀ ਹੋਈ ਹੈ। ਤੇ ਲੇਕਿਨ ਇਹ ਹੁੰਦਾ ਕਿ ਜਦੋਂ ਤੁਸੀਂ ਕੁਝ ਲਿਖਦੇ ਹੋ ਨਾ, ਉਹਦੇ ਵਿੱਚ ਥੋੜਾ ਜਿਹਾ ਨਿੱਜ ਵੀ ਹੁੰਦਾ, ਬਾਕੀ ਤੁਹਾਡਾ ਸਾਰਾ ਸਮਾਜ ਦਾ ਜੋ ਤੁਹਾਡੇ ਪ੍ਰਭਾਵ ਨਾਲ ਜੁੜੇ ਹੁੰਦੇ ਹੈਗੇ ਨਾ, ਤੇ ਉਹ ਨਿੱਜੀ ਤੌਰ ਤੇ ਇਹੀ ਹੈ ਕਿ ਉਹ ਜਿਹੜਾ ਬੇਟੀ ਦੇ ਨਾਲ ਇੱਕ ਰਿਸ਼ਤਾ ਨਾਟਕ ਦੇ ਵਿੱਚ ਜੋੜਿਆ ਹੋਇਆ, ਉਹ ਇਸ ਕਰਕੇ ਹੈ ਕਿ ਜਦੋਂ ਮੈਂ ਬੇਟੀ ਦੇ ਨਾਲ ਇਮੋਸ਼ਨ ਸਟੇਜ ਦੇ ਉੱਤੇ ਪੇਸ਼ ਕਰਦਾ, ਇੱਕ ਤਾਂ ਮੈਨੂੰ ਖੁਦ ਨੂੰ ਹੈਲਪ ਕਰਦਾ ਕਿ ਮੈਨੂੰ ਉਹ ਰਿਲੇਟ ਹੁੰਦੀ ਚੀਜ਼ ਕਿ ਜੇ ਸੱਚਮੁੱਚ ਮੇਰੀ ਬੇਟੀ ਨਾਲ ਇਸ ਤਰ੍ਹਾਂ ਹੋ ਜਾਏ ਤਾਂ ਮੈਂ ਕਿੰਨਾ ਕੁ ਦਰਦ ਮਹਿਸੂਸ ਕਰਾਂਗਾ। ਇਸ ਕਰਕੇ ਸਟੇਜ ਉੱਤੇ ਸੱਚਮੁੱਚ ਮੇਰੀ ਅੱਖਾਂ 'ਚੋਂ ਹੰਝੂ ਆ ਜਾਂਦੇ ਆ, ਤੇ ਜਿੰਨੇ ਸਾਹਮਣੇ ਫਾਦਰਸ ਬੈਠੇ ਹੁੰਦੇ ਆ ਜਾਂ ਬ੍ਰਦਰ ਜਾਂ ਕੁਝ ਵੀ ਬੈਠੇ ਹੁੰਦੇ ਆ, ਉਹਨਾਂ ਦੇ ਇੱਕਦਮ ਉਹਨਾਂ ਨੂੰ ਉਹ ਚੀਜ਼ ਪ੍ਰਭਾਵਿਤ ਕਰਦੀ, ਉਹਨਾਂ ਦੀ ਅੱਖਾਂ ਗਿੱਲੀਆਂ ਹੁੰਦੀਆਂ, ਉਹਨਾਂ ਦਿਲ ਨੂੰ ਇਹ ਟੱਚ ਕਰਦੀ ਵੀ ਹੈ ਨਾ ਵੀ ਸਾਡੀ ਬੇਟੀ ਯੂਨੀਵਰਸਿਟੀ ਵਿੱਚ ਇੱਦਾਂ ਹੋਵੇ, ਕਿਤੇ ਫਸੀ ਹੋਈ ਹੋਵੇ, ਅਟੈਕ ਹੋ ਗਿਆ ਹੋਵੇ, ਫਿਰ ਇੱਕ ਫਾਦਰ ਦੂਰ ਬੈਠਾ ਕੀ ਮਹਿਸੂਸ ਕਰੇਗਾ। ਸੋ ਉਹ ਇੱਕ ਜਿਵੇਂ ਕਹਿੰਦੇ ਨਾ ਨਿੱਜ ਤੋਂ ਪਾਰ ਤੱਕ ਜਾਣ ਵਾਲੀ ਗੱਲ ਹੈ ਕਿ ਇੱਕ ਨਿੱਜੀ ਅਨੁਭਵ ਨੂੰ ਤੁਸੀਂ ਕਿਵੇਂ ਪੇਸ਼ ਕਰੋਗੇ। ਨਾਟਕ ਖੇਡਦਿਆਂ ਨੂੰ 40 ਸਾਲ ਹੋ ਗਏ? 35 ਸਾਲ 35 ਸਾਲ ਹੋ ਗਏ। 35 ਸਾਲਾਂ 'ਚ ਸਭ ਤੋਂ ਵਧੀਆ ਨਾਟਕ ਕਿਹੜਾ ਰਿਹਾ? ਸਾਰੇ ਹੀ ਨਾਟਕ, ਕਿਉਂਕਿ ਜਦੋਂ ਕਹਿੰਦੇ ਨਾ ਮਾਂ ਨੂੰ ਸਾਰੇ ਬੱਚੇ ਬੜੇ ਪਿਆਰੇ ਹੁੰਦੇ ਆ, ਸਾਰੇ ਨਾਟਕ ਬੜੇ ਵਧੀਆ, ਲੇਕਿਨ ਇਹ ਨਾਟਕ ਮੈਨੂੰ ਇੱਦਾਂ ਲੱਗਦਾ ਵੀ ਜਿੱਦਾਂ 35 ਸਾਲ ਦੀ ਜ਼ਿੰਦਗੀ 'ਚ ਮੈਂ ਜੋ ਕੁਝ ਸਿੱਖਿਆ, ਜੋ ਕੁਝ ਮੈਂ ਪੇਸ਼ ਕੀਤਾ ਹੁਣ ਤੱਕ ਦਾ ਜੋ ਮੇਰਾ ਤਜਰਬਾ ਹੈ, ਇੱਦਾਂ ਲੱਗਦਾ ਕਿ ਉਹਦਾ ਨਿਚੋੜ ਕਿਤੇ ਮੈਂ ਇਸ ਨਾਟਕ ਦੇ ਵਿੱਚ ਨਾ ਉਹਨੂੰ ਕਿਤੇ ਕਰ ਸਕਿਆ। ਹਾਲਾਂਕਿ ਇੱਥੇ ਗੱਲ ਨਾ ਮੁੱਕਣੀ ਹੈ, ਨਾ ਮੈਂ ਮੁੱਕਣ ਦੇਣੀ ਚਾਹੁੰਦਾ, ਇਸ ਤੋਂ ਅੱਗੇ ਤੁਰਾਂਗਾ ਮੈਂ ਜ਼ਰੂਰ, ਲੇਕਿਨ ਇਹ ਜ਼ਰੂਰ ਮੈਂ ਬਹੁਤ ਸੈਟਿਸਫਾਈਡ ਹਾਂ ਕਿ ਜੋ ਸਿੱਖਿਆ ਸੀ, ਜੋ ਸਮਾਜ ਤੋਂ ਗ੍ਰਹਿਣ ਕੀਤਾ, ਜੋ ਇਨਕਲਾਬੀ ਧਿਰਾਂ ਦੇ ਨਾਲ ਮੇਰੀ ਇੰਟਰੈਕਸ਼ਨ ਰਹੀ, ਜੋ ਮੈਂ ਲੋਕਾਂ ਨਾਲ ਜੁੜਿਆ, ਜਿਨ੍ਹਾਂ ਲੋਕਾਂ ਨੇ ਮੈਨੂੰ ਪਿਆਰ ਦਿੱਤਾ, ਉਸ ਸਾਰੇ ਕੁਝ ਦੇ ਵਿੱਚੋਂ ਇਹ ਨਾਟਕ ਨਿਕਲਿਆ ਅਸਲ ਦੇ ਵਿੱਚ ਨਾ, ਤਾਂ ਬੜੀ ਤਸੱਲੀ ਹੈ ਇਸ ਨਾਟਕ। ਇੱਕ ਤਾਂ ਨਾਟਕ ਤੁਸੀਂ ਕਰਦੇ ਹੋ, ਇੱਕ ਤੁਸੀਂ ਨਾਟਕ ਦੇ ਬਾਰੇ ਬਲੌਗ ਵਰਗੇ ਮਤਲਬ ਪੰਜਾਬੀ 'ਚ ਬਹੁਤ ਇੰਨੇ ਕੀਮਤੀ ਲਫ਼ਜ਼ ਲੱਭ ਕੇ ਲਿਆਉਂਦੇ ਹੋ, ਲੋਕਾਂ ਨੂੰ ਬੜੇ ਪ੍ਰਭਾਵਿਤ ਕਰਦੇ ਹੈਗੇ ਆ। ਮੈਂ ਰੋਜ਼ ਪੜ੍ਹਦਾ ਜੀ 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 ਤੁਹਾਡੇ ਬਾਰੇ ਲੋਕ ਕੀ ਕਹਿੰਦੇ ਹੈਗੇ ਆ, ਲੋਕ ਨਹੀਂ, ਆਮ ਸਧਾਰਨ ਲੋਕ ਨਹੀਂ, ਬੜੇ ਮੰਨੇ ਸਾਹਿਤਕਾਰ, ਪੱਤਰਕਾਰ, ਕ੍ਰਿਟਿਕ ਜਿਹੜੇ ਆ, ਉਹ ਵੀ ਤੁਹਾਡੇ ਬਾਰੇ ਵਿਚਾਰ ਦਿੰਦੇ। ਕਿਵੇਂ ਲੱਗਦਾ ਅਜੇ ਹੋਰ ਬਹੁਤ ਕੁਝ ਕਰਨ ਵਾਲਾ? ਬਹੁਤ ਕੁਝ ਮੈਨੂੰ ਤਾਂ ਲੱਗਦਾ ਕਿ ਹਾਲੇ ਤਾਂ ਸ਼ੁਰੂਆਤ ਹੋਈ ਹੈ, ਕਿ ਜਿੱਦਾਂ ਅੰਬ ਹੁੰਦਾ ਨਾ ਕਿ ਦਰਖਤ ਤੋਂ ਲੈਂਦਾ, ਫਿਰ ਉਹਦੀ ਪੈਲ ਪਾਉਂਦੇ ਦੁਆਬੇ ਵਾਲੇ, ਫਿਰ ਉਹ ਪੈਲ ਪਾ ਕੇ ਪੱਕਦਾ, ਹੁਣ ਇਹ ਕਿਤੇ ਉਸ ਪਾਸੇ ਨੂੰ ਤੁਰਿਆ ਹੈ ਨਾ। ਹਾਲੇ ਇਹਦੇ 'ਚੋਂ ਬਹੁਤ ਕੁਝ ਨਿਕਲਣਾ, ਮੈਨੂੰ ਲੱਗਦਾ ਕਿ ਬਹੁਤ ਕੁਝ ਕਰਨਾ ਬਾਕੀ ਹੈ, ਬੜੇ ਸਬਜੈਕਟ ਹਾਲੇ ਬਾਕੀ ਨੇ, ਲੋਕਾਂ ਦੇ ਦੁੱਖ ਦਰਦ, ਲੋਕਾਂ ਦੇ ਸੰਘਰਸ਼ ਬਹੁਤ ਬਾਕੀ ਨੇ, ਜਿਨ੍ਹਾਂ ਨੂੰ ਰੰਗਮੰਚ ਨੇ ਆਵਾਜ਼ ਦੇਣੀ ਹੈ, ਜ਼ਬਾਨ ਦੇਣੀ ਹੈ ਉਸ ਰੰਗਮੰਚ ਨੇ। ਤਾਂ ਉਹਦੇ ਵਿੱਚ ਬਹੁਤ ਸਾਰੇ ਕੰਮ ਕਰਨ ਦਾ ਸੁਪਨਾ ਹੈ, ਡਾਇਰੀ ਵਿੱਚ ਬਹੁਤ ਕੁਝ ਦਰਜ ਹੈ, ਮੇਰੇ ਨੋਟ ਹੈ ਕਿ ਆਹ ਵੀ ਸੁਪਨਾ ਹੈ ਮੇਰਾ, ਆਹ ਵੀ ਕਰਨਾ, ਆਹ ਵੀ ਕਰਨਾ, ਆਹ ਵੀ ਕਰਨਾ। ਅਤੇ ਉਮੀਦ ਹੈ ਕਿ ਜਿਸ ਊਰਜਾ ਦੇ ਨਾਲ ਮੈਂ ਲੱਗਾ ਹੋਇਆ, ਅਤੇ ਜਿਹੜੀ ਊਰਜਾ ਮੈਨੂੰ ਮੇਰੇ ਦਰਸ਼ਕ ਜਾਂ ਮੇਰੇ ਚਾਹੁਣ ਵਾਲੇ ਜਾਂ ਔਰਗਨਾਈਜ਼ ਕਰਨ ਵਾਲੇ ਉਹ ਊਰਜਾ ਮੈਨੂੰ ਦਿੰਦੇ ਆਦਾਨ ਪ੍ਰਦਾਨ ਹੈ, ਉਹਦੇ ਸਾਰੇ ਮੈਂ ਸਮਝਦਾ ਕਿ ਬਹੁਤ ਸਾਰੇ ਸਾਲ ਮੇਰੇ ਕੋਲ ਹਾਲੇ ਪਏ ਨੇ ਜਦੋਂ ਮੈਂ ਬਹੁਤ ਸਾਰੇ ਹੋਰ ਕੰਮ ਕਰ ਸਕਾਂਗਾ। ਬਹੁਪੱਤਰੀ ਨਾਟਕ ਵੀ ਇਹਨਾਂ ਦਿਨਾਂ 'ਚ ਲਿਖੇ ਹੋਰ? ਹਾਲੇ ਨਹੀਂ, ਇਹਨਾਂ ਦਿਨਾਂ 'ਚ ਨਹੀਂ ਲਿਖੇ, ਕਿਉਂਕਿ ਮੈਨੂੰ ਇੱਕ ਨਾ ਜਿੱਦਾਂ ਇੱਕ ਫਾਰਮੈਟ ਮੇਰੇ ਹੱਥ ਆਇਆ, ਹੱਥ ਕੀ ਆਇਆ ਕਿ ਮਤਲਬ ਇੰਨੇ ਸਾਲ ਦੇ ਤਜਰਬੇ 'ਚੋਂ ਸਮਝ ਆਈ ਕਿ ਜੇ ਮੈਂ ਕੋਈ ਨਾਟਕ ਇੰਟਰੈਕਟਿਵ ਵੇ 'ਚ ਕਰਨਾ, ਜਿੱਥੇ ਮੈਂ ਆਡੀਅנס ਨਾਲ ਆਪਣੀ ਨਾਲ ਡਾਇਰੈਕਟ ਕੋਈ ਇੰਟਰੈਕਟ ਕਰਨਾ ਚਾਹਨਾ, ਕੋਈ ਗੱਲ ਕਰਨੀ ਚਾਹਨਾ, ਕੋਈ ਡਾਇਲੋਗ ਕ੍ਰੀਏਟ ਕਰਨਾ ਚਾਹਨਾ, ਕੋਈ ਸੰਵਾਦ ਸਿਰਜਣਾ ਚਾਹੁੰਦਾ, ਉੱਥੇ ਮੈਨੂੰ ਲੱਗਦਾ ਕਿ ਇਹ ਫਾਰਮੈਟ ਸਭ ਤੋਂ ਮਹੱਤਵਪੂਰਨ ਤੇ ਬਿਹਤਰ ਹੈ ਕਿ ਉੱਥੇ ਨਾ ਤਾਂ ਮੈਂ ਇੰਟੈਂਸਿਟੀ ਨੂੰ ਘੱਟ ਹੋਣ ਦੇਵਾਂ ਕਿ ਜਦੋਂ 10 ਕੈਰੈਕਟਰਸ ਨੇ, ਹੋ ਸਕਦਾ ਇੱਕ ਐਕਟਰ ਆਵੇ, ਇੰਟੈਂਸਿਟੀ ਥੱਲੇ ਸੁੱਟ ਜਾਵੇ, ਫਿਰ ਉਹਨੂੰ ਉੱਪਰ ਚੁੱਕਣਾ ਪਵੇ। ਦੂਜੀ ਗੱਲ ਹੈ ਕਿ ਮੈਂ ਜਦ ਮਰਜ਼ੀ ਆਡੀਅנס ਨਾਲ ਇੰਟਰੈਕਟ ਕਰ ਸਕਦਾ। ਸੋ ਇਸ ਫਾਰਮੈਟ ਦੇ ਫਿਲਹਾਲ ਮੈਂ ਇਹਦੇ ਲੜ ਲੱਗਾ ਹੋਇਆ, ਫਿਲਹਾਲ ਮੇਰਾ ਅਗਲਾ ਨਾਟਕ ਵੀ ਇਸੇ ਫਾਰਮੈਟ 'ਚ ਹੈ, ਪਰ ਐਸਾ ਕੁਝ ਨਹੀਂ ਹੈ ਕਿ ਬਹੁਪਾਤਰੀ ਜਿਹੜੇ ਨਾਟਕ ਹੈ ਉਹਨਾਂ ਨੂੰ ਮੈਂ ਤਲਾਂਜਲੀ ਦੇ ਚੁੱਕਾ। ਬਹੁਪਾਤਰੀ ਨਾਟਕ ਮੇਰੇ ਡਾਇਰੀ 'ਚ ਦਰਜ ਹੋਏ ਨੇ ਪਹਿਲੇ, ਜਿਹੜੇ ਮੈਂ ਲਿਖਣੇ ਆ। ਚੰਡੀਗੜ੍ਹ ਟੀਮ ਤੁਹਾਡੀ ਹੁੰਦੀ? ਮੇਰੀ ਟੀਮ ਹੈ, ਮੇਰਾ ਨਹੀਂ ਹੈ, ਉਹਦਾ ਨਾਮ ਹੈ ਅਦਾਕਾਰ ਮੰਚ, ਤੇ ਉਹਦੇ 'ਚ ਫਿਲਹਾਲ ਵੀ ਕਾਫੀ ਐਕਟਰਸ ਨੇ। ਵਿੱਚ ਵਾਲੇ ਜਦੋਂ ਪੇਸ਼ਕਾਰੀਆਂ ਅਸੀਂ ਕਰਦੇ ਹਾਂ ਪਹਿਲਾਂ ਦੇ ਨਾਟਕਾਂ ਦੀਆਂ, ਜਿਹੜੇ ਜ਼ਖਮੀ ਖੰਭਾਂ ਦੀ ਪ੍ਰਵਾਜ਼ ਜਾਂ ਹੋਰ ਹੈ, ਉਹ ਅਸੀਂ ਹੁਣ ਵੀ ਕਰਨ ਜਾਂਦੇ ਹਾਂ, ਪਰ ਇਹ ਹੈ ਕਿ ਭਵਿੱਖ ਦੇ ਵਿੱਚ ਵੀ ਬਹੁਪਾਤਰੀ ਨਾਟਕ ਲਿਖੇ ਜਾਣਗੇ। ਤੁਹਾਡੇ
ਸਮਕਾਲੀ ਹੈਗੇ ਕੇਵਲ ਢਾਲੀਵਾਲ, ਡਾਕਟਰ ਆਤਮਜੀਤ, ਹੋਰ ਬਹੁਤ ਸਾਰੇ ਹੈਗੇ ਨੇ। ਕੀ ਉਹਨਾਂ ਦਾ ਕੀ ਪ੍ਰਭਾਵ ਤੁਹਾਡੇ ਤੇ ਸ਼ਖਸੀਅਤ ਤੌਰ ਤੇ ਪਿਆ ਜਾਂ ਤੁਸੀਂ ਉਹਨਾਂ ਨੂੰ ਪ੍ਰਭਾਵਿਤ ਕਰ ਸਕੇ? ਉਹਨਾਂ ਦੇ ਕੀ ਵਿਊਜ਼ ਹੈਗੇ ਆ? ਮੈਨੂੰ ਬਹੁਤ ਪਿਆਰ ਮਿਲਿਆ ਸਾਰਿਆਂ ਵੱਲੋਂ ਹੀ। ਸਾਰੇ ਚਾਹੇ ਕੇਵਲ ਧਾਲੀਵਾਲ ਨੇ, ਮੇਰੇ ਸੀਨੀਅਰ ਨੇ, ਮੇਰੇ ਤੋਂ ਉਮਰ 'ਚ ਵੀ 3-4 ਸਾਲ ਵੱਡੇ ਨੇ, ਇਕੱਠੇ ਕੰਮ ਕਰਦੇ ਰਹੇ, ਇਕੱਠਿਆਂ ਅਸੀਂ ਕੰਮ ਕੀਤਾ। ਮੈਂ ਉਹਨਾਂ ਨਾਲ ਅਸਲ 'ਚ ਬਹੁਤ ਇਕੱਠੇ ਕੰਮ ਕੀਤਾ, ਮਤਲਬ ਉਹਨਾਂ ਨਾਲ ਕੰਮ ਕੀਤਾ, ਉਹਨਾਂ ਦੀ ਡਾਇਰੈਕਸ਼ਨ ਦੇ ਵਿੱਚ, ਹੈ ਨਾ। ਉੱਦਾਂ ਗੁਰਸ਼ਰਨ ਭਾਜੀ ਨਾਲ ਉਹ ਬਹੁਤ ਪਹਿਲਾਂ ਕੰਮ ਕਰਦੇ ਸੀ, ਫਿਰ ਜਦੋਂ ਉਹ ਨਹੀਂ ਸੀ ਉਹਨਾਂ ਨਾਲ, ਅੰਮ੍ਰਿਤਸਰ ਤੋਂ ਭਾਜੀ ਚੰਡੀਗੜ੍ਹ ਸ਼ਿਫਟ ਹੋ ਗਏ। ਮਤਲਬ ਇਕੱਠਿਆਂ ਨੇ ਕੰਮ ਨਹੀਂ ਕੀਤਾ, ਪਰ ਐਜ਼ ਡਾਇਰੈਕਟਰ ਐਕਟਰ ਇਕੱਠਿਆਂ ਨੇ ਬਹੁਤ ਕੰਮ ਕੀਤਾ। ਸੋ ਮੈਂ ਉਹਨਾਂ ਤੋਂ ਵੀ ਬਹੁਤ ਪ੍ਰਭਾਵਿਤ ਹਾਂ, ਡਾਕਟਰ ਆਤਮਜੀਤ ਤੋਂ ਬਹੁਤ ਪ੍ਰਭਾਵਿਤ ਹਾਂ। ਅਜਮੇਰ ਔਰਖਨਾਮਾ ਜ਼ਿੰਦਗੀ 'ਚ ਕੋਈ ਨਾਟਕ ਨਹੀਂ ਕੀਤਾ, ਪਰ ਲੇਕਿਨ ਮੈਂ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ। ਤੇ ਭਾਗ ਗੁਰਸ਼ਰਨ ਸਿੰਘ ਤਾਂ ਮੇਰੇ ਪ੍ਰੇਰਣਾ ਸਰੋਤ ਹੈਗੇ ਹੀ ਨੇ। ਇਹਨਾਂ ਸਾਰੀਆਂ ਸ਼ਖਸੀਅਤਾਂ ਤੋਂ ਪ੍ਰਭਾਵਿਤ ਹਾਂ, ਲੇਕਿਨ ਹੌਲੀ ਹੌਲੀ ਜ਼ਿੰਦਗੀ ਜਿਵੇਂ ਅੱਗੇ ਵੱਧਦੀ ਤਜਰਬੇ ਨਾਲ ਮੈਨੂੰ ਇਹ ਲੱਗਾ ਕਿ ਮੇਰਾ ਆਪਣਾ ਇੱਕ ਈਡੀਅਮ ਹੋਣਾ ਚਾਹੀਦਾ, ਜਿੱਥੇ ਸਾਹਿਬ ਸਿੰਘ ਦਾ ਈਡੀਅਮ ਨਜ਼ਰ ਆਵੇ ਕਿ ਸਾਹਿਬ ਸਿੰਘ ਦਾ ਥੀਏਟਰ ਇਹੋ ਜਿਹਾ ਹੈਗਾ। ਇਹ ਕੋਈ ਜਾਣਬੁੱਝ ਕੇ ਨਹੀਂ, ਮੈਨੂੰ ਪਤਾ ਸੀ ਕਿ ਮੈਂ ਗੁਰਸ਼ਰਨ ਸਿੰਘ ਤੋਂ ਪ੍ਰੇਰਿਤ ਹੋ ਸਕਦਾ, ਪਰ ਮੈਂ ਗੁਰਸ਼ਰਨ ਸਿੰਘ ਨਹੀਂ ਬਣ ਸਕਦਾ। ਅਜਮੇਰ ਔਲਖ ਨਹੀਂ, ਕੇਵਲ ਧਾਲੀਵਾਲ ਮੈਂ ਨਹੀਂ ਬਣ ਸਕਦਾ। ਹਰ ਇੱਕ ਦੀਆਂ ਆਪਣੀਆਂ ਆਪਣੀਆਂ ਖੂਬੀਆਂ ਹੁੰਦੀਆਂ। ਜੋ ਮੈਂ ਕਰ ਰਿਹਾ ਹੋ ਸਕਦਾ ਉਹ ਨਾ ਕਰ ਸਕਦੇ ਹੁਣ, ਜੋ ਉਹ ਕਰ ਰਹੇ ਮੈਂ ਨਾ ਕਰ ਸਕਦਾ। ਮੈਂ ਸੋਚ ਸਾਡੀ ਸਾਰਿਆਂ ਦੀ ਇੱਕੋ ਹੀ ਹੈ ਕਿ ਅਸੀਂ ਸਮਾਜ ਦੇ ਵਿੱਚ ਕੋਈ ਤਬਦੀਲੀ ਚਾਹੁੰਦੇ, ਚੰਗਾ ਸਮਾਜ ਚਾਹੁੰਦੇ ਹਾਂ। ਸੋ ਮੈਨੂੰ ਉਹਨਾਂ ਵੱਲੋਂ ਬਹੁਤ, ਡਾਕਟਰ ਆਤਮਜੀਤ ਵੱਲੋਂ ਇੰਨਾ ਪਿਆਰ ਮਿਲਦਾ, ਇੰਨਾ। ਉਹ ਬਹੁਤ ਵਾਰੀ ਮੈਨੂੰ ਫੋਨ ਕਰਕੇ ਕਹਿੰਦੇ ਹੁੰਦੇ ਕਿ ਸਾਹਿਬ ਮੈਂ ਬਹੁਤ ਖੁਸ਼ ਹਾਂ ਤੇਰੇ ਤੋਂ, ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਨਾ ਵੀ ਤੂੰ ਰੰਗਮੰਚ ਇਸ ਵੇਲੇ ਜੋ ਕਰ ਰਿਹਾ ਐਂਡ ਜੋ ਰੰਗਮੰਚ ਬਾਰੇ ਲਿਖ ਰਿਹਾ, ਉਸ ਤੋਂ ਬਹੁਤ ਪ੍ਰਭਾਵਿਤ ਹੁੰਦੇ ਆ। ਮੇਰਾ ਕਾਲਮ ਚੱਲਦਾ ਰਿਹਾ ਰਾਸ ਰੰਗ, ਉਸ ਤੋਂ ਬਹੁਤ ਕੇਵਲ ਧਾਲੀਵਾਲ ਇੱਦੇ ਬਹੁਤ ਮਤਲਬ ਮੈਨੂੰ ਪਿਆਰ ਕਰਦੇ ਆ, ਬਹੁਤ ਉਤਸ਼ਾਹ ਦਿੰਦੇ ਰਹਿੰਦੇ। ਫੋਨ ਕਰਕੇ ਵੀ ਕਹੂਗੇ, ਹੁਣ ਵੀ ਫੋਨ ਉਹਨਾਂ ਦਾ 2-3 ਦਿਨ ਪਹਿਲਾਂ ਆਇਆ, ਕਹਿੰਦੇ ਮੈਂ ਬਹੁਤ ਖੁਸ਼ ਹਾਂ ਕਿ ਤੂੰ ਜੋ ਬਾਹਰ ਰੰਗਮੰਚ ਕਰ ਰਿਹਾ ਇੱਦਾਂ ਰੰਗਮੰਚ ਹੋਣਾ ਚਾਹੀਦਾ। ਤੇ ਗੁਰਸ਼ਰਨ ਸਿੰਘ ਤੋਂ ਪ੍ਰੇਰਿਤ ਰਹੇ ਅਜਮੇਰ ਔਲਖ। ਮੇਰਾ ਵੀ ਉਹਨਾਂ ਪ੍ਰਤੀ ਬਹੁਤ ਪਿਆਰ ਹੈ, ਸਤਿਕਾਰ ਹੈ, ਤੇ ਉਹ ਵੀ ਮੈਨੂੰ ਬੜਾ ਪਿਆਰ ਸਤਿਕਾਰ ਦਿੰਦੇ। ਆਉਣੇ ਸ਼ੁਰੂ ਹੋ ਗਏ ਜੀ ਬਿਲਕੁਲ। ਥੋੜੀ ਜਿਹੜੀ ਹੈ ਧੁੱਪ ਵੀ ਹਟਣੀ ਸ਼ੁਰੂ ਹੋ ਗਈ ਹੈ। ਦਰਸ਼ਕਾਂ ਨੂੰ ਉਡੀਕ ਹੋਏਗੀ ਕਿ ਤੁਸੀਂ ਕਦੋਂ ਸਟੇਜ ਤੇ ਜਾ ਕੇ ਆਪਣੀ ਅਦਾਕਾਰੀ ਸ਼ੁਰੂ ਕਰਦੇ ਹੋ। ਦਰਸ਼ਕਾਂ ਨੂੰ ਅਖੀਰ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਬਸ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਰੰਗਮੰਚ ਤੇ ਦਰਸ਼ਕਾਂ ਦੀ ਜਿਹੜੀ ਗਲਵੱਕੜੀ ਹੈ, ਲੋਕਾਂ ਦੀ ਤੇ ਕਲਾਕਾਰ ਦੀ, ਉਸ ਗਲਵੱਕੜੀ ਨੂੰ ਜਿੰਨਾ ਹੋਰ ਮਜ਼ਬੂਤ ਕਰ ਲਈਏ ਉਨਾ ਹੀ ਬਿਹਤਰ ਹੈ। ਕਿਉਂਕਿ ਕਲਾਕਾਰ ਚਾਹੁੰਦਾ ਲੋਕਾਂ ਦਾ ਸਹਿਯੋਗ, ਲੋਕ ਚਾਹੁੰਦੇ ਕਿ ਕਲਾਕਾਰ ਸਾਡੀ ਗੱਲ ਕਰੇ। ਸੋ ਲੋਕੀ ਜਿੰਨਾ ਰੰਗਮੰਚ ਨੂੰ ਪਿਆਰ ਕਰ ਸਕਦੇ ਆ ਜ਼ਰੂਰ ਕਰਨ, ਕਿਉਂਕਿ ਇਹੀ ਇੱਕੋ ਇੱਕ ਆਰਟ ਹੈ ਜਿਹੜਾ ਕਦੇ ਲੋਕਾਂ ਨੂੰ ਪਿੱਠ ਨਹੀਂ ਦਿਖਾਉਂਦਾ। ਗਾਇਕੀ ਕਈ ਵਾਰੀ ਇਹੋ ਜਿਹੀ ਗੱਲਾਂ ਕਰ ਜਾਂਦੀ ਹੈ ਜਿਹੜੀ ਲੋਕਾਂ ਦੀ ਨਹੀਂ ਹੁੰਦੀ, ਕਈ ਵਾਰੀ ਬਾਕੀ ਕਲਾਮਾਂ 'ਚ ਵੀ ਇਹੋ ਜਿਹੀ ਗੱਲਾਂ ਹੋ ਜਾਂਦੀਆਂ ਜਿਹੜੀ ਲੋਕਾਂ ਦੀ ਨਹੀਂ ਹੁੰਦੀਆਂ, ਹੈ ਨਾ। ਪਰ ਲੇਕਿਨ ਰੰਗਮੰਚ ਹਮੇਸ਼ਾ, ਜਦੋਂ ਤੋਂ ਪੰਜਾਬੀ ਰੰਗਮੰਚ 1913 ਤੋਂ ਅਨੁਸ਼ਾਸਿਤ ਤਰੀਕੇ ਨਾਲ ਸ਼ੁਰੂ ਹੋਇਆ, 125 ਸਾਲ ਹੋਇਆ ਸਾਨੂੰ, ਉਦੋਂ ਤੋਂ ਲੈ ਕੇ ਪੰਜਾਬੀ ਰੰਗਮੰਚ ਨੇ ਕਦੇ ਲੋਕਾਂ ਨੂੰ ਪਿੱਠ ਨਹੀਂ ਦਿਖਾਈ, ਲੋਕਾਂ ਦੇ ਨਾਲ ਖੜਾ, ਲੋਕਾਂ ਦੇ ਦੁੱਖਾਂ ਦਰਦਾਂ ਦੀ, ਉਹਨਾਂ ਦੀਆਂ ਅਚੀਵਮੈਂਟਸ ਦੀ ਗੱਲ ਕਰਦਾ ਰਿਹਾ, ਅੱਜ ਵੀ ਕਰਦਾ। ਸੋ ਮੈਂ ਇਹੀ ਚਾਹੁੰਦਾ ਕਿ ਜਿੰਨੇ ਵੀ ਦਰਸ਼ਕ ਨੇ ਰੰਗਮੰਚ ਨੂੰ ਪਿਆਰ ਕਰਦੇ ਨੇ, ਸਿਰਫ ਸਾਹਿਬ ਸਿੰਘ ਦੇ ਰੰਗਮੰਚ ਨੂੰ ਨਹੀਂ, ਜਿੱਥੇ ਵੀ ਕੋਈ ਰੰਗਮੰਚ ਹੋ ਰਿਹਾ ਲੋਕਾਂ ਦਾ, ਉਹਨੂੰ ਪਿਆਰ ਦੇਣ, ਸਤਿਕਾਰ ਦੇਣ, ਉਹਨੂੰ ਗਲਵੱਕੜੀ 'ਚ ਲੈਣ। ਉਮਰ ਵਿੱਚ ਮੇਰੇ ਨਾਲੋਂ ਬਹੁਤ ਛੋਟੇ ਹੋ ਤੁਸੀਂ, ਪਰ ਮੈਂ ਗਲਵੱਕੜੀ ਉਸ ਵੀਰ ਨਾਲ ਪਾਉਣੀ ਚਾਹੁੰਦਾ ਜਿਹਦਾ ਨਾਂ ਪੂਰੀ ਦੁਨੀਆ ਵਿੱਚ ਤਾਂ ਪੰਜਾਬੀ ਨਾਟਕ ਵਿੱਚ ਹੈਗਾ, ਇਨਕਲਾਬੀ ਨਾਟਕ 'ਚ ਹੈਗਾ। ਇਨਕਲਾਬੀ ਧਿਰਾਂ ਨੂੰ, ਇਨਕਲਾਬੀ ਲੋਕਾਂ ਨੂੰ, ਇਨਕਲਾਬ ਤਬਦੀਲੀ ਪਸੰਦ ਲੋਕਾਂ ਨੂੰ ਤੁਹਾਡੀ ਅਗਵਾਈ ਦੀ ਬਹੁਤ ਲੋੜ ਹੈ। ਇੰਸ਼ਾਅੱਲਾ ਤੁਸੀਂ ਇਸੇ ਤਰ੍ਹਾਂ ਤਰੱਕੀਆਂ ਕਰੋ। ਵਿਨੀਪੈਗ 'ਚ ਆਏ ਹੋ, ਤੁਹਾਡਾ ਨਾਟਕ ਲੋਕ ਵੇਖਣਗੇ, ਸਲਾਉਣਗੇ, ਮੈਂ ਵੀ ਦੇਖਾਂਗਾ ਪਿੱਛੇ ਬੈਠ ਕੇ ਤੇ ਆਨੰਦ ਮਾਣਾਂਗੇ। ਫਿਰ ਮੌਕਾ ਮਿਲਿਆ ਜ਼ਰੂਰ ਗੱਲਬਾਤ ਕਰਾਂਗੇ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਓਕੇ। ਪੰਜਾਬੀ ਨਾਟਕ ਧੰਨ ਲਿਖਾਰੀ ਨਾਨਕਾ ਦਾ ਮੰਚਨ ਹੋਣ ਜਾ ਰਿਹਾ ਹੈ। ਡਾਕਟਰ ਸਾਹਿਬ ਸਿੰਘ ਦਾ ਲਿਖਿਆ ਹੋਇਆ, ਉਹਨਾਂ ਦਾ ਹੀ ਨਿਰਦੇਸ਼ਿਤ ਔਰ ਉਹਨਾਂ ਦੇ ਵੱਲੋਂ ਹੀ ਖੇਡਿਆ ਜਾ ਰਿਹਾ ਨਾਟਕ ਵਿਨੀਪੈਗ ਦੇ ਮੇਪਲ ਕਲੇਜੀਏਟ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ। ਦਰਸ਼ਕਾਂ ਦਾ ਹਾਲ ਜਿਹੜਾ ਉਹ ਭਰਿਆ ਹੋਇਆ, ਭਾਵੇਂ ਕੁਝ ਤਕਨੀਕੀ ਕਾਰਨਾਂ ਕਰਕੇ ਇਹ ਨਾਟਕ ਲੇਟ ਸ਼ੁਰੂ ਹੋ ਰਿਹਾ, ਪਰ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ, ਦਰਸ਼ਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ, ਕਾਬਲੇ ਤਾਰੀਫ ਹੈ। ਔਰ ਮੈਨੂੰ ਲੱਗਦਾ ਕਿ ਇਸ ਨਾਟਕ ਦਾ ਦਰਸ਼ਕ ਜਿਹੜੇ ਭਰਪੂਰ ਆਨੰਦ ਮਾਣਨਗੇ। ਆਓ ਅਸੀਂ ਨਾਟਕ ਵੇਖਦੇ ਹਾਂ, ਹੋਰ ਸਮਾਂ ਨਾ ਲਈਏ, ਤੁਸੀਂ ਲੰਬੀ ਇੰਤਜ਼ਾਰ ਵਿੱਚ ਆਓ ਨਾਟਕ ਵੇਖਦੇ ਹਾਂ ਧੰਨ ਲਿਖਾਰੀ ਨਾਨਕਾ। ਇਹ ਵੀ ਚਾਹੂੰਗਾ ਵੀ ਜੇ ਕਿਸੇ ਨੂੰ ਇਹ ਲੱਗਦਾ ਹੋਵੇ ਵੀ ਉਸ ਮਹਾਨ ਸ਼ਹੀਦ ਦੀ ਵਿਚਾਰਧਾਰਾ ਦੇ ਵਿੱਚੋਂ ਕੁਝ ਗੱਲਾਂ ਇਹਦੇ ਵਿੱਚ ਨਹੀਂ ਹੈਗੀਆਂ, ਤਾਂ ਉਹ ਮੈਨੂੰ ਬਾਅਦ ਦੇ ਵਿੱਚ ਸਲਾਹ ਦੇਵੇਗਾ, ਤਾਂ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹੋਵਾਂਗਾ। ਸ਼ੁਰੂ ਕਰਦੇ ਹਾਂ। ਭਗਤ ਸਿੰਘ ਇਹ ਕਹਿੰਦਾ ਹੈ, ਆਓ ਕਰੀਏ ਸੋਚ ਵਿਚਾਰ, ਰਲ ਮਿਲ ਲਈਏ ਸੱਚ ਨਿਤਾਰ,
ਭਗਤ ਸਿੰਘ ਕੀ ਕਹਿੰਦਾ ਹੈ, ਕਿਉਂ ਸਭ ਦੇ ਦਿਲ ਵਿੱਚ ਰਹਿੰਦਾ ਹੈ। ਕਹਾਂ ਇੱਕ ਕਹਿਣ ਦੇ ਵਿੱਚ ਉਹਦੀ ਇੱਕ ਵਿਚਾਰਧਾਰਾ ਵਰਣਨ ਕੀਤਾ। ਮਨੁੱਖਤਾ ਤਾਈਂ ਕਰੋ ਪਿਆਰ, ਮਨੁੱਖਤਾ ਤਾਈਂ ਕਰੋ ਪਿਆਰ, ਸੇਵਾ ਦੇ ਲਈ ਰਹੋ ਤਿਆਰ, ਦੇਵੋ ਉਸ ਲਈ ਆਪਣਾ ਵਾਰ, ਜੀਵਨ ਦਾ ਬਸ ਇਹੋ ਸਾਰ। ਭਗਤ ਸਿੰਘ ਇਹ ਕਹਿੰਦਾ ਹੈ ਤਾਂ ਜੋ ਸਭ ਦੇ ਦਿਲ ਵਿੱਚ ਰਹਿੰਦਾ। ਜਾਤ ਪਾਤ ਦਾ ਫਸਲਾ ਵੱਢੋ, ਕਲੀ ਦਾ ਨਹੀਂ ਹੋ। ਜਾਤ ਪਾਤ ਦਾ ਫਸਲਾ ਵੱਢੋ, ਵਹਿਮ ਭਾਵ ਦਿਲ ਚੋਂ ਕੱਢੋ, ਕਿਸੇ ਦੇ ਅੱਗੇ ਹੱਥ ਨਾ ਅੱਡੋ। ਭਗਤ ਸਿੰਘ ਇਹ ਕਹਿੰਦਾ ਲਿਖ ਕੇ ਉੱਤੋਂ ਕੁਝ ਨਹੀਂ ਆਇਆ, ਲੋਟੂ ਨੇ ਹੈ ਢੌਂਗ ਰਚਾਇਆ, 84 ਵਾਲਾ ਚੱਕਰ ਚਲਾਇਆ, 84 ਜੂਨ ਵਾਲਾ 84 ਵਾਲਾ ਚੱਕਰ ਚਲਾਇਆ, ਸਾਨੂੰ ਕਦੀ ਗੇੜ ਵਿੱਚ ਪਾਇਆ। ਭਗਤ ਸਿੰਘ ਇਹ ਮਨੁੱਖਤਾ ਦੀ ਮਿਹਨਤ ਰੰਗਲੀ ਹੈ, ਮਨੁੱਖ ਦੀ ਮਿਹਨਤ ਰੰਗਲੀ ਹੈ। ਜਿੰਦਰੀ ਉਸਨੇ ਢੋਲ ਘੁਮਾਈ, ਧਰਤੀ ਉੱਪਰ ਰੌਣਕ ਲਾਈ। ਭਗਤ ਸਿੰਘ ਇਹ ਕਹਿੰਦਾ ਹੈ ਤਾਈਓ ਸਭ ਦੇ ਦਿਲ ਵਿੱਚ ਰਹਿੰਦਾ। ਸੌਖੀ ਊਂਚ ਨੀਚ ਦਾ ਭੇਦ ਮਿਟਾਓ, ਸਭ ਦੀ ਇੱਕ ਜਮਾਤ ਬਣਾਓ, ਫਿਕਰ ਤੇ ਚਿੰਤਾ ਦੂਰ ਭਜਾਓ, ਮਿਹਨਤ ਕਰੋ ਤੇ ਰੱਜ ਕੇ ਖਾਓ। ਭਗਤ ਸਿੰਘ ਇਹ ਕਹਿੰਦਾ ਕੋਈ ਕਹਾਣੀ ਵੰਡ ਨਾ ਹੋਵੇ, ਕੋਈ ਕਹਾਣੀ ਵੰਡ ਨਾ ਹੋਵੇ, ਹੱਕ ਕਿਸੇ ਦਾ ਕੋਈ ਨਾ ਹੋਵੇ, ਭੁੱਖਾ ਪਿਆਸਾ ਕੋਈ ਨਾ ਹੋਵੇ, ਕੋਈ ਕਿਸੇ ਦਾ ਦੰਦ ਨਾ ਧੋਵੇ। ਭਗਤ ਸਿੰਘ ਈਮਾਨ ਬਰਾਬਰ ਦਾ ਦੇਵੋ ਸਨਮਾਨ, ਜਨਨੀ ਤਾਂ ਹੈ ਬਹੁਤ ਮਹਾਨ, ਗੁਰੂਆਂ ਦਾ ਮੰਨੋ ਫਰਮਾਨ। ਭਗਤ ਸਿੰਘ ਇਹ ਕਹਿੰਦਾ ਇਤਿਹਾਸ ਦੇ ਕੋਲੋਂ ਲੜਨਾ ਸਿੱਖੋ, ਇਤਿਹਾਸ ਦੇ ਕੋਲੋਂ ਲੜਨਾ ਸਿੱਖੋ, ਲੋਕਾਂ ਦੇ ਲਈ ਕੁਝ ਕਰਨਾ ਸਿੱਖੋ, ਹੱਕਾਂ ਦੇ ਲਈ ਮਰਨਾ ਸਿੱਖੋ, ਡੁੱਬਣਾ ਛੱਡ ਕੇ ਤਰਨਾ ਸਿੱਖੋ। ਭਗਤ ਸਿੰਘ ਇਹ ਕਹਿੰਦਾ ਲੋਟੂ, ਭਗਤ ਸਿੰਘ ਕਹਿੰਦਾ ਲੋਟੂ ਬੜਾ ਚਲਾਕ ਸਾਥੀਓ, ਦਿਲ ਉਸਦਾ ਨਾਪਾਕ ਸਾਥੀਓ, ਰੱਖੋ ਨਾ ਉਸ ਤੋਂ ਝਾਕ ਸਾਥੀਓ, ਨੀਤ ਨਾ ਉਸਦੀ ਸਾਫ ਸਾਥੀਓ। ਭਗਤ ਸਿੰਘ ਇਹ ਕਹਿੰਦਾ ਰਾਤ ਦਿਨ ਜੋ ਮਿਹਨਤ ਕਰਦੇ, ਰਾਤ ਦਿਨ ਜੋ ਮਿਹਨਤ ਕਰਦੇ, ਫਿਰ ਕਿਉਂ ਦੇ ਭੁੱਖੇ ਮਰਦੇ, ਜੀਵਨ ਜਿਉਂਦੇ ਡਰਦੇ, ਵੇਲੜ ਕਿਉਂ ਨੇ ਇਸ ਤਰ੍ਹਾਂ ਫੈਸਲਾ ਕਰਦੇ। ਨੌਜਵਾਨੋ ਅੱਗੇ ਆਓ, ਇੱਕ ਨੂੰ ਜਿੱਥੇ ਬੰਦ ਬਣਾਓ, ਇਨਕਲਾਬ ਦਾ ਨਾਰਾ ਲਾਓ, ਇਤਿਹਾਸ ਦਾ ਪਹੀਆ ਫਿਰ ਘੁਮਾਓ। ਭਗਤ ਸਿੰਘ ਇਹ ਕਹਿੰਦਾ ਐਸੀ ਇੱਕ ਤਰਕੀਬ ਬਣਾਓ, ਪੜ੍ਹੋ ਲਿਖੋ ਤੇ ਗਿਆਨ ਵਧਾਓ, ਲੋਕਾਂ ਨੂੰ ਵੀ ਰਸਤੇ ਪਾਓ, ਹੇਠਲੀ ਉੱਪਰ ਕਰ ਵਿਖਾਓ। ਭਗਤ ਸਿੰਘ ਇਹ ਕਹਿੰਦਾ ਜਦ ਦੱਬੇ ਕੁਚਲੇ ਉੱਠਣਗੇ, ਜਦ ਦੱਬੇ ਕੁਚਲੇ ਉੱਠਣਗੇ, ਉਹ ਜੜ ਜਲਮ ਦੀ ਉੱਠਣਗੇ, ਕੁੱਲੀਆਂ ਚੋਂ ਚਾਨਣ ਪੁੱਟਣਗੇ, ਮਹਿਲਾਂ ਦੇ ਕਿੰਗਰੇ ਟੁੱਟਣਗੇ। ਭਗਤ ਸਿੰਘ ਇਹ ਕਹਿੰਦਾ ਕਿਰਤ ਦਾ ਆਪਣਾ ਰਾਜ ਹੋਏਗਾ, ਕਿਰਤ ਦਾ ਆਪਣਾ ਰਾਜ ਹੋਏਗਾ, ਕਾਮੇ ਦੇ ਸਿਰ ਤੇ ਤਾਜ ਹੋਏਗਾ, ਸਾਰਾ ਫੇਰ ਹਿਸਾਬ ਹੋਏਗਾ, ਪੂਰਾ ਇੰਜ ਖੁਆਬ ਹੋਏਗਾ। ਭਗਤ ਸਿੰਘ ਇਹ ਕਹਿੰਦਾ ਹੈ ਤਾਈਓ ਸਭ ਦੇ ਦਿਲ ਵਿੱਚ ਰਹਿੰਦਾ। ਮੈਂ ਕਵਿਤਾ ਸਮਾਪਤ ਹੈ। ਮੈਂ ਚਾਹੂੰਗਾ ਭਗਤ ਸਿੰਘ ਦੇ ਸਾਨੂੰ ਦਿੱਤੇ ਹੋਏ ਫਾਂਸੀ ਚੜ੍ਹਨ ਵੇਲੇ ਨਾਰੇ ਦੋ, ਉਹ ਮੈਨੂੰ ਲੱਗਦਾ ਵੀ ਜੇ ਆਪਾਂ ਉਹਨੂੰ ਯਾਦ ਕੀਤਾ ਜੀ
ਤਾਂ ਉਹਦੇ ਉਹ ਨਾਰੇ ਵੀ ਲੱਗਣੇ ਚਾਹੀਦੇ ਆ। ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ, ਸਾਮਰਾਜਵਾਦ ਮੁਰਦਾਬਾਦ। ਬਹੁਤ ਬਹੁਤ ਧੰਨਵਾਦ। ਜਿਹੜੇ ਉਹਨਾਂ ਨੇ ਲੋਕਾਂ ਦੇ ਮਸਲੇ ਨੇ ਉਹਨਾਂ ਨੂੰ ਉਠਾਉਣਾ ਆਇਆ। ਇਹਨਾਂ ਨੇ ਆਪਣਾ ਸਫ਼ਰ ਜਿਹੜਾ ਉਹ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਭਾਈ ਦਰਸ਼ਨ ਸਿੰਘ ਉਰਫ ਭਾਈ ਮੰਨਾ ਸਿੰਘ ਉਹਨਾਂ ਦੇ ਨਾਲ ਸ਼ੁਰੂ ਕੀਤਾ ਤੇ ਪਿੰਡ ਪਿੰਡ ਜਾ ਕੇ ਇਹਨਾਂ ਨੇ ਉਸ ਲੋਕ ਪੱਖੀ ਵਿਚਾਰਧਾਰਾ ਨੂੰ ਪ੍ਰਚਾਰ ਪ੍ਰਸਾਰਨ ਵਾਸਤੇ ਪੰਜਾਬ ਦੇ ਹਜ਼ਾਰਾਂ ਪਿੰਡਾਂ 'ਚ ਆਪਣੇ ਨਾਟਕਾਂ ਦਾ ਜਿਹੜਾ ਪ੍ਰਦਰਸ਼ਨ ਕੀਤਾ। 1996 ਤੋਂ ਇਹ ਅਦਾਕਾਰਾ ਮੰਚ ਦੇ ਨਾਂ ਤੇ ਇਹਨਾਂ ਨੇ ਆਪਣੀ ਜਥੇਬੰਦੀ ਬਣਾਈ ਤੇ ਚੰਡੀਗੜ੍ਹ ਰਹਿੰਦੇ ਇਹ ਉਹਦੇ ਵੱਲੋਂ ਉਹਨਾਂ ਵੱਲੋਂ ਲਗਭਗ 80 ਦੇ ਕਰੀਬ ਆਪਣੇ ਨਾਟਕ ਲਿਖੇ ਗਏ ਨੇ ਤੇ ਇਹ ਤੋਂ ਬਿਨਾਂ ਜਿਹੜੇ ਦਰਸ਼ਨ ਸਿੰਘ ਜੀ ਨਾਲ ਲਿਖੇ ਗਏ ਨੇ ਲਗਭਗ 150-200 ਨਾਟਕ ਹੈ ਜਿਹੜੇ ਉਹਨਾਂ 'ਚ ਇਹਨਾਂ ਨੇ ਆਪਣੀ ਅਦਾਕਾਰੀ ਹੈ ਜੀ ਉਹ ਲੋਕਾਂ ਨੂੰ ਦਿਖਾਈ ਹੈ, ਲੋਕਾਂ ਨਾਲ ਸਾਂਝੀ ਕੀਤੀ ਹੈ। ਇਹਨਾਂ ਨੇ ਕਾਫੀ ਨਾਟਕ ਜਿਹੜੇ ਨੇ ਬਹੁਤ ਪ੍ਰਸਿੱਧ ਹੋਏ ਆ। ਜਿਹੜਾ ਨਾਟਕ ਅੱਜ ਇੱਥੇ ਖੇਡਿਆ ਜਾਣਾ ਧੰਨ ਲਿਖਾਰੀ ਨਾਨਕਾ, ਇਹ ਭਾਰਤ ਵਿੱਚ ਤੇ ਭਾਰਤ ਤੋਂ ਬਾਹਰ UK ਵਿੱਚ ਤੇ ਕੈਨੇਡਾ ਵਿੱਚ ਵੀ ਇਹਦੇ ਬਹੁਤ ਸਫਲ ਸ਼ੋਅ ਹੋ ਚੁੱਕੇ ਨੇ। ਅਸੀਂ ਉਹਨਾਂ ਨਾਟਕਕਾਰਾਂ ਨੇ ਤੁਹਾਡੇ ਜਾਂ ਉਹਨਾਂ ਹੀ ਬੁਲਾਰਿਆਂ ਨੂੰ ਤੁਸੀਂ ਸੁਣਿਆ ਹੋਣਾ ਪਿਛਲੇ ਸਮੇਂ 'ਚ ਜਿਹੜੇ ਕਿ ਸਾਡੇ ਬੁਲਾਰੇ ਹੁੰਦੇ ਨੇ ਜਾਂ ਨਾਟਕਕਾਰ ਜਿਹੜੇ ਅਸੀਂ ਤੁਹਾਡੇ ਸਨਮੁਖ ਕਰਦੇ ਹਾਂ ਉਹੀ ਹੁੰਦੇ ਨੇ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਦੀ ਗੱਲ ਪਾਉਂਦੇ ਆ, ਲੋਕਾਂ ਨੂੰ ਭਾਈਚਾਰਕ ਏਕਤਾ ਨਾਲ ਇੱਕ ਦੂਜੇ ਨਾਲ ਮਿਲ ਬੈਠ ਕੇ ਮਸਲੇ ਹੱਲ ਕਰਨ ਦੇ ਹਮੇਤੀ ਆ। ਤੇ ਅੱਜ ਦੇ ਨਾਟਕ ਬਾਰੇ ਮੈਂ ਕੁਝ ਨਹੀਂ ਕਹੂੰਗਾ ਕਿਉਂਕਿ ਉਹ ਨਾਟਕ ਤੁਹਾਨੂੰ ਆਪਣੇ ਆਪ ਸਾਰੀਆਂ ਗੱਲਾਂ ਆਪ ਕਹਿਣਗੇ। ਤੇ ਹੁਣ ਡਾਕਟਰ ਸਾਹਿਬ ਸਿੰਘ ਨਾਟਕ ਲਈ ਨਾਟਕ ਤਿਆਰ ਨੇ, ਉਹਨਾਂ ਨੂੰ ਮੈਂ ਸਟੇਜ ਤੇ ਸੱਦਾ। ਉਹਦੇ ਤੋਂ ਪਹਿਲਾਂ ਇੱਕ ਬੇਨਤੀ ਕਰਨਾ ਚਾਹੂੰਗਾ। ਬਹੁਤ ਵਾਰੀ ਸਾਡੇ ਸਰੋਤੇ ਨੇ ਜਿਹੜੇ ਉਹ ਨਾਟਕ ਤੋਂ ਪ੍ਰਭਾਵਿਤ ਹੋ ਕੇ ਨਾਟਕਕਾਰ ਨੂੰ ਸਟੇਜ ਤੇ ਆ ਕੇ ਕਈ ਵਾਰੀ ਉਹਨਾਂ ਦਾ ਸਨਮਾਨ ਕਰਨਾ ਚਾਹੁੰਦੇ ਹੁੰਦੇ ਆ। ਇਹ ਮਾੜੀ ਗੱਲ ਕੋਈ ਨਹੀਂ ਹੈ, ਪਰ ਉਹ ਕਈ ਵਾਰੀ ਨਾਟਕ ਜਿਹੜਾ ਹੈਗਾ ਉਹਦੇ 'ਚ ਥੋੜ੍ਹਾ ਜਿਹਾ ਰੀਅਲ ਪੈਂਦਾ। ਇਸ ਕਰਕੇ ਅਸੀਂ ਸਾਰੇ ਨੂੰ ਅਪੀਲ ਕਰਾਂਗੇ ਵੀ ਨਾਟਕ ਚੱਲਦੇ ਦੇ ਵਿੱਚ ਕੋਈ ਵੀ ਸੱਜਣ ਮੇਰਾ ਭੈਣ ਵੀਰ ਭਰਾ ਨਾਟਕ ਤੇ ਆਉਣ ਦੀ ਖੇਚਲ ਨਾ ਕਰੇ। ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਜੋ ਵੀ ਮਾਨ ਸਨਮਾਨ ਕਰਨਾ ਉਹ ਬਾਅਦ 'ਚ ਕਰੇ, ਇੱਥੇ ਨਾ ਆਵੇ ਤਾਂ ਕਿ ਨਾਟਕ ਜਿਹੜਾ ਲਗਾਤਾਰ ਤੁਸੀਂ ਦੇਖ ਸਕੋ। ਤੇ ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਸਾਡੇ ਨਾਟਕਕਾਰ ਡਾਕਟਰ ਸਾਹਿਬ ਸਿੰਘ ਨੂੰ ਕਿ ਉਹ ਆਉਣ ਤੇ ਤੁਹਾਡੇ ਨਾਲ ਨਾਟਕ ਧੰਨ ਲਿਖਾਰੀ ਨਾਨਕਾ ਪੇਸ਼ ਕਰਨ। ਨਾਟਕ ਧੰਨ ਲਿਖਾਰੀ ਨਾਨਕਾ ਡਾਕਟਰ ਸਾਹਿਬ ਸਿੰਘ। ਉਹਦੇ ਦਰਮਿਆਨ ਕੋਈ ਇੰਟਰਵਲ ਨਹੀਂ ਹੈ, ਲਗਾਤਾਰ ਚੱਲੇਗਾ। ਉਮੀਦ ਹੈ ਕਿ ਕਿਸੇ ਦਾ ਵੀ ਮੋਬਾਈਲ ਫੋਨ ਨਾਟਕ ਦੇ ਦੌਰਾਨ ਨਹੀਂ ਵੱਜੇਗਾ, ਪਰ ਮੈਂ ਇਹ ਬੇਨਤੀ ਹੁਣੇ ਕਰਦਾ ਸਟੇਜ ਤੋਂ ਫੋਨ ਵੱਜੇਗਾ। ਮੈਂ ਇਸ ਕਰਕੇ ਪਹਿਲਾਂ ਦੱਸਿਆ ਕਿ ਤੁਸੀਂ ਇਹਨਾਂ ਜੋ ਵੀ ਆਪਣਾ ਫੋਨ ਵੱਜੇਗਾ ਸਾਨੂੰ ਕਿਹੜਾ ਲੱਗ ਕਰੋ।
ਤੁਸੀਂ ਰਾਤ ਨੂੰ ਸੌਂਦੇ ਹੋ ਨਹੀਂ? ਕਮਾਲ ਹੈ। ਇੱਕ ਅੱਧਾ ਜਵਾਬ ਆਇਆ ਉਹ ਵੀ ਮਰਿਆ ਹੈ। ਉਹ ਸਮਝ ਗਿਆ। ਤੁਸੀਂ ਸੋਚਦੇ ਹੋਵੋਗੇ ਵੀ ਜੇ ਕਿਹਾ ਕਿ ਹਾਂ ਅਸੀਂ ਰਾਤ ਨੂੰ ਸੌਂਦੇ ਹਾਂ ਤਾਂ ਇਹ ਕਹੇਗਾ ਸੌਣਾ ਨਹੀਂ, ਜਾਗਣ ਦਾ ਵੇਲਾ ਹੈ, ਜਾਗਦੇ ਰਹੋ। ਯਾਰ ਤੁਸੀਂ ਖੁਦ ਕੰਮ ਨਹੀਂ ਤਾਂ ਜਾਗਣ ਸਾਨੂੰ ਸਮਝਦੇ ਹੋ। ਰਾਤ ਸੌਣ ਵਾਸਤੇ ਹੁੰਦੀ ਹੈ ਭਾਈ। ਲੇਖਕ ਵੀ ਰਾਤ ਨੂੰ ਸੌਂਦੇ ਹੀ ਨੇ, ਥੋੜੇ ਤੋਂ ਵੱਧ ਸੌਂਦੇ ਨੇ, ਘੱਟ ਨਹੀਂ ਸੌਂਦੇ। ਜਾਗਣ ਲਈ ਸੋਣਾ ਬਹੁਤ ਜ਼ਰੂਰੀ ਹੈ। ਤੇ ਸੁੱਤਾ ਪਿਆ ਬੰਦਾ ਮੁਰਦਾ ਨਹੀਂ ਹੁੰਦਾ, ਦਿਨ ਸੁੱਤੇ ਪਿਆ ਨਹੀਂ ਪਤਾ। ਤੁਸੀਂ ਕਦੇ ਕੋਈ ਸੁਪਨਾ ਤਾਂ ਦੇਖਿਆ ਹੋਇਆ, ਕਦੇ ਕਿਸੇ ਤਰ੍ਹਾਂ ਦਾ, ਕੋਈ ਰੋਮਾਂਟਿਕ, ਕੋਈ ਸੀਰੀਅਸ, ਕੋਈ ਫਨੀ? ਸਾਨੂੰ ਸੁਪਨੇ ਕਿਉਂ ਆਉਂਦੇ? ਕਿਉਂ? ਕਿਉਂਕਿ ਹਰ ਬੰਦਾ ਹਰ ਵੇਲੇ ਕੋਈ ਨਾ ਕੋਈ ਕਹਾਣੀ ਜਾਂ ਤਾਂ ਕਹਿਣੀ ਚਾਹੁੰਦਾ ਤੇ ਜਾਂ ਸੁਣਨੀ ਚਾਹੁੰਦਾ। ਇਹ ਕਹਾਣੀ ਕਹਿਣਾ ਤੇ ਸੁਣਨਾ ਸਾਡੇ ਕਿਤੇ ਇੱਥੇ ਫਸਿਆ ਹੋਇਆ ਹੈ, ਕਿਤੇ ਇੱਥੇ ਬੜਿਆ ਹੋਇਆ ਹੈ। ਹਰ ਇਨਸਾਨ ਹਰ ਵੇਲੇ ਦਿਨ ਹੋਵੇ ਜਾਂ ਰਾਤ ਜਾਂ ਤਾਂ ਕੋਈ ਕਹਾਣੀ ਕਹਿਣੀ ਚਾਹੁੰਦਾ ਤੇ ਜਾਂ ਸੁਣਨੀ ਚਾਹੁੰਦਾ। ਤੇ ਅਸੀਂ ਲੇਖਕ ਲੋਕ ਤੁਹਾਡੇ ਇਸ ਕਹਾਣੀ ਕਹਿਣ ਸੁਣਨ ਨੂੰ ਹਲਕੀ ਜਿਹੀ ਤਰਤੀਬ ਦਿੰਦੇ ਹਾਂ, ਹਲਕੀ ਜਿਹੀ, ਉਹਦੇ ਵਿੱਚ ਥੋੜੇ ਜਿਹੇ ਰੰਗ ਭਰਦੇ ਹਾਂ। ਬਾਬਾ ਕਹਿੰਦਾ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀ ਹੈ ਕਿਛ ਕਹੀ। ਅਸੀਂ ਥੋੜੀ ਕਹਾਣੀ ਕਹਿੰਦੇ ਹਾਂ, ਕੁਝ ਸਿਰਫਰਿਆਂ ਦੀ, ਕੁਝ ਬੇਈਮਾਨਾਂ ਦੀ, ਕੁਝ ਆਪਣਿਆਂ ਦੀ, ਕੁਝ ਪਰਾਇਆਂ ਦੀ, ਕੁਝ ਖੱਬੇ ਪਾਸੇ ਤੁਰੇ ਜਾਂਦਿਆਂ ਦੀ ਤੇ ਕੁਝ ਸੱਜੇ ਮੋੜ ਕੱਟਦਿਆਂ ਦੀ। ਅਸੀਂ ਥੋੜੀ ਕਹਾਣੀ ਕਹਿੰਦੇ ਹਾਂ, ਤੇਰੀ ਕਹਾਣੀ, ਤੇਰੀ। ਹੈਲੋ ਪੁੱਤੂ, ਕਿੱਦਾਂ? हेलो पापा। ਕਿੱਦਾਂ ਪੁੱਤੂ, ਚੜ੍ਹਦੀ ਕਲਾ ਚ ਹੈ? ਹਾਂ ਪੁੱਤੂ, पापा चढ़दी कला च तां हमेशा ही रहिदा, बट पापा अज गुंडियां ने साडे ते अटैक करता। ਅਟੈਕ? हाँ पापा, यूनिवर्सिटी दी लाइब्रेरी च उन्होंने हमला करता। असी घट गिनती सी ते ओ ज्यादा सीगे। टांगा, त्रिशूल, किरपाना पापा। असी फिर भी फाइट कीती। ਪੁੱਤੂ ਤੂੰ ਠੀਕ ਤਾਂ ਹੈ ਨਾ? पापा मैं ते तेजी इको टेबल ते बैठे साइकोलॉजी दे नोट्स डिस्कस कर रहे सी। पता ही नहीं लग्या कदों दरवाजा खुलिया ते मेरी वांग अंदर आ गए। बहुत कुटिया पापा, मेरी खब्बी बांह दी हड्डी टुट गई है पापा। ਉਹ ਪੁੱਤੂ ਤੂੰ ਤੂੰ ਹੁਣ ਕਿੱਥੇ ਹੈ? साडी सहेली है पापा, शीनू भारद्वाज। मैं ओदे कोल हां। ओदा भरा सानू उत्थों कढ लिआया सी। पापा वो बहुत जालिम ने, गंदियां गंदियां गालां कढदे सी। कहंदे सी इन्हां दी भैन कस्तियां बना के इन्हां नूं कोठियां ते बिठावांगे। पापा वो जानवर ने, जानवर। ਤੇ ਮੇਰਾ ਪੁੱਤੂ ਸ਼ੇਰ ਹੈ, ਬੱਬਰ ਸ਼ੇਰ। ਮੈਂ ਆਵਾਂ ਪੁੱਤੂ? ਤੂੰ ਗੱਲ ਕਰ, ਮੈਂ ਹੁਣੇ ਗੱਡੀ ਚੁੱਕ ਕੇ ਦਿੱਲੀ ਆ ਜਾਣਾ ਪੁੱਤੂ। नहीं पापा, तेजी दे मॉम नूं कॉल कर लियो, ओदा सिर पाटिया पापा। ਤੂੰ ਚਿੰਤਾ ਨਾ ਕਰ ਪੁੱਤੂ, ਨਾ ਤੈਨੂੰ ਕੁਝ ਹੋਏਗਾ ਨਾ ਤੇਰੇ ਤੇਜੀ ਨੂੰ। ਪਰ ਪੁੱਤੂ ਸਾਈਕੋਲੋਜੀ ਦਾ ਥੀਸਿਸ ਜ਼ਰੂਰ ਪੂਰਾ ਕਰਨਾ ਹੈ। ਇਸ ਮੁਲਕ ਨੂੰ ਬਹੁਤ ਲੋੜ ਹੈ ਮਨੋਵਿਗਿਆਨ ਸਮਝਣ ਦੀ, ਬਹੁਤ ਜ਼ਿਆਦਾ। पापा ਕਿਹੋ ਜਿਹੇ ਹੋ ਤੁਸੀਂ? ਮੇਰੇ ਦਰਦ ਹੋ ਰਿਹਾ ਹੈ। ਮੇਰੇ ਵੀ ਹੋ ਰਿਹਾ ਪੁੱਤੂ, ਤੇਰੇ ਨਾਲੋਂ ਜ਼ਿਆਦਾ ਹੋ ਰਿਹਾ। ਤੈਨੂੰ ਪੜ੍ਹਨ ਲਈ ਦਿੱਲੀ ਭੇਜਿਆ ਸੀ, ਮਰਨ ਲਈ ਨਹੀਂ। ਪਰ ਜੇ ਮੇਰਾ ਪੁੱਤੂ ਪੜ੍ਹ ਕੇ ਪੜ੍ਹਿਆ ਹੀ ਨਾ ਤੇ ਫਿਰ ਪੜ੍ਹਨ ਦਾ ਵੀ ਕੀ ਫਾਇਦਾ? ਆਮ ਪ੍ਰਾਊਡ ਆਫ ਯੂ ਪੁੱਤੂ। ਪੁੱਤੂ ਪ੍ਰਾਊਡ ਆਫ ਯੂ ਪਾਪਾ। ਆਪਣਾ ਖਿਆਲ ਰੱਖੀ, ਆਪਣਾ ਇਲਾਜ ਕਰਾਈ ਤੇ ਤੇਜੀ ਦਾ ਵੀ। ਤੇ ਮੈਨੂੰ ਫੋਨ ਕਰਦੀ ਰਹੀ, ਮੈਨੂੰ ਫਿਕਰ ਰਹੂਗਾ ਤੇਰਾ। ਇਹ ਕਹਾਣੀ ਮੈਂ ਲਿਖਾਂਗਾ, ਉਹਨਾਂ ਸਾਰੇ ਪੇਰੈਂਟਸ ਵਾਸਤੇ ਇਹ ਕਹਾਣੀ ਲਿਖਾਂਗਾ ਜਿਹਨਾਂ ਦੇ ਬੱਚੇ ਦੂਰ ਦਰਾਡੇ ਪੜ੍ਹਦੇ ਨੇ, ਚਾਹੇ ਆਪਣੇ ਮੁਲਕ ਦੇ ਚਾਹੇ ਕਿਸੇ ਹੋਰ ਮੁਲਕ ਦੇ। ਉਹਨਾਂ ਵਾਸਤੇ ਇਹ ਕਹਾਣੀ ਲਿਖਾਂਗਾ, ਪਰ ਲਿਖਾਂਗਾ ਛਾਣੀ ਵਿੱਚੋਂ ਛਾਣ ਕੇ। ਉਸ ਦਲੀਲ ਦੀ ਕਾਟ ਪੈਦਾ ਕਰਨ ਲਈ ਕਹਾਣੀ ਲਿਖਾਂਗਾ ਜਿਹੜੀ ਇਹ ਕਹਿੰਦੀ ਹੈ ਕਿ ਪੜ੍ਹਾਕੂ ਦਾ ਕੰਮ ਹੈ ਸਿਰਫ ਪੜ੍ਹਨਾ ਤੇ ਨੌਕਰੀਆਂ ਕਰਨਾ, ਬਸ। ਆਲੇ ਦੁਆਲੇ ਕੁਝ ਵੀ ਹੋਈ ਜਾਵੇ, ਕੋਈ ਕਮੈਂਟ ਨਹੀਂ ਕਰਨਾ। ਮੈਂ ਲਿਖਾਂਗਾ ਇਹ ਕਹਾਣੀ, ਮੈਂ ਲਿਖਾਂਗਾ ਪਰ ਲਿਖਾਂਗਾ चंगी तरह टिका के। और मेरी बेटी की कहानी और कौन छोड़, कहानी की बात कर।
तेरी बेटी की बाजू टूटी तो कहानी लिखेगा। लोगों की बेटियों के वक्त प्यार कविताएं लिखेगा। ओ वीरे, प्यार कविता लिखना कोई गुनाह है? बहुत मुश्किल होती प्यार वाली कविता लिखनी। बात को गोल गोल मत घुमा, बोल मेरी कहानी लिखेगा या नहीं? मेरी बेटी की कहानी। मेरी बेटी की हड्डियां, उसके जले हुए बाल। हाँ, मेरी बेटी नहीं रही। यूनिवर्सिटी में पढ़ती थी, हमेशा टॉप करती थी मेरी बेटी। बहुत होशियार थी। जब सिटीजन अमेंडमेंट एक्ट आया तो मेरी बेटी ने अपना सारा ज्ञान, अपनी सारी पढ़ाई लोगों को यह समझाने में लगा दी कि ये एक्ट गलत क्यों है। बहुत अच्छा लेक्चर देती थी मेरी बेटी। एक दिन गुंडे उसके पीछे पड़ गए, उसे मारना चाहते थे। बेटी भागने लगी, भागती रही, भागती भागती एक फैक्ट्री के गेट पर पहुंची। उसने गेट को धक्का दिया, अंदर घुस गई, बच गई दरिंदों से। अंदर एक मुलाजिम था, दिलशाद खान। उसने उसे सहारा दिया। दिलशाद ने चाय बनाकर पिलाई। बेटी थोड़ा सदमे से बाहर आई। दिलशाद से चंद बातें हुई। उसका तलफ़ुज़ बहुत खराब था। वो हिंदुस्तान को हिंदुस्तान कह देता था। हिंदुस्तान, अरे बाबा हिंदुस्तान होता है हिंदुस्तान। हिंदुस्तान क्यों बोलते हो? हिंदुस्तान बोलो, हिंदुस्तान। हमको क्या मालूम कि खा बोलने से इज्जत बढ़ती है और खा बोलने से इज्जत नहीं बढ़ती? हम तो फकत 7 जमात पढ़ा है, हमको नहीं बोलना का बोलने से इज्जत बढ़ती। अरे बाबा इज्जत नहीं, इज्जत बोलो, ज बोलो, ज। तुम्हारे शब्दों का उच्चारण बहुत गलत है। लो मैं तुम्हें एक किताब देती हूँ, किताब पढ़ो, शब्दों का उच्चारण सही हो जाएगा। बेटी ने उसे अपने झोले से निकालकर एक किताब दी। उसका फोन नंबर ले लिया। कभी कभार बातें होने लगी। फिर यूनिवर्सिटी का माहौल खराब हो गया, बेटी को वापस बुला लिया। फिर कोविड आ गया, लॉकडाउन लग गया और एक दिन दिलशाद का फोन आया, किताब जी। दिलशाद मेरी बेटी को किताब जी कहकर बुलाता था। किताब जी मैं घर जा रहा हूँ, मेरे पास पैसे खत्म हो गए हैं, फैक्ट्री वाले ने निकाल दिया, बोल रहा हूँ हर काम नहीं है, पैसे भी नहीं मिलेंगे, मैं जा रहा हूँ अपने गांव, साइकिल से जा रहा हूँ। किताब जी आप तो कहते थे कि मेहनत का से बड़ा कोई नहीं होता, तो हम कौन है? क्या इतने बहादुर हो कि अपनी जान की परवाह किए बगैर हमारी कहानियां लिख सको? क्या तुम हो सच के पहरेदार? क्या तुम हो? मेरी बेटी का आई कार्ड
प्रियंका शर्मा का पहचान पत्र, कागज का एक टुकड़ा नहीं बचा पा रहा उसकी जान। हम कागज नहीं दिखाएंगे, हम कागज नहीं दिखाएंगे, हम कागज नहीं। अजे तो अख विच रड़क रहा, कदे तो दिल विच धड़कदा। हेलो बुद्धू, कितना? पापा तेजी ਦੀ ਮਾਂ ਨੂੰ ਕਾਲ ਕਰ ਲਿਆ ਸੀ? नहीं कितना। पापा बुद्धू, तू प्रियंका शर्मा को जानती है? हाँ पापा, उसने तो मैंने प्रभावित किया। और बुद्धू मर गई, जानती हूँ पापा। पर दुनिया नहीं जानती, दुनिया में जानना पाएगा। तू फोन कट कर, तू फिर गल करेंगे। बाय पापा बाय बुद्धू, फिर गल करेंगे। बाय। दिलशाद ठीक कहता है, गड़बड़ है। ਸਾਡੇ ਵਿੱਚ ਵੀ ਗੜਬੜ ਹੈ। ਕਿਤਾਬਾਂ ਲਿਖ ਲਿਖ ਕੇ ਢੇਰ ਦਾ ਢੇਰ ਇਕੱਠਾ ਕਰੀ ਜਾਂਦੇ ਆ, ਪਰ ਸੱਚ ਬੋਲਣ ਲੱਗੇ ਡਰ ਜਾਂਦੇ ਆ। ਗੜਬੜ ਹੈ, ਸਾਨੂੰ ਅੰਦਰ ਝਾਤੀ ਮਾਰਨੀ ਪਊ। ਦਿਲਸ਼ਾਦ ਨੂੰ ਮਿਲਣਾ ਪਊਗਾ। ਪ੍ਰਿਯੰਕਾ ਸ਼ਰਮਾ ਵਰਗੀਆਂ ਹੋਰ ਜਿੰਨੀਆਂ ਕੁੜੀਆਂ ਨੇ ਉਹਨਾਂ ਨੂੰ ਮਿਲਣਾ ਪਏਗਾ, ਉਹਨਾਂ ਨਾਲ ਗੱਲ ਕਰਨੀ ਪਏਗੀ, ਮਿਲਣਾ ਪਏਗਾ। ਪਰ ਹਾਂ, ਉਹ ਵੀ ਤਾਂ ਆਇਆ ਸੀ ਇੱਕ ਦਿਨ ਮੈਨੂੰ ਮਿਲਣ। ਉਹ ਤਾਂ ਲੇਖਕ ਹੈ, उसने तो बहुत सारी किताबें लिखी हुई हैं, विकास दी बड़ी बड़ी किताबें। तो जदों वो मैनू मिलण आया सी तां गल करनी है तेरे नाल सुधी घुमा फिरा के नहीं करनी। ना ना ना, तैनूं बोलण की लोड़ नहीं है, तू चुप कर उत्थे बैठा रह। मैं सब जानदा, मैं जानदा तू बहुत वधिया लेखक है। तू मैनूं की दसेगा, मैनूं की समझाएगा? देख साहिब सिया, मैनूं तेरे बारे सब कुछ पता है कि तू बहुत वधिया लेखक है, लोकां दी गल करदा, उन्हां दा फिक्र करदा। पर तेरे पल्ले की है? छिप्पू जेब तेरी हमेशा खाली रहिंदी है, ते इधर जेब नोटां नाल भरी रहिंदी है। तू किश्तां तार तार के अपना घर बनाया ਤੇ ਆਪਾਂ ਫਾਰਮ ਹਾਊਸ ਰਹਿੰਦੇ ਆ, ਫਾਰਮ ਹਾਊਸ ਦੇ ਵਿੱਚ ਹੈ। ਦੇਖ ਮੈਂ ਜਾਣਦਾ ਕਿ ਤੂੰ ਲੇਖਕ ਬਹੁਤ ਚੰਗਾ ਹੈ, ਤੈਨੂੰ ਪਤਾ ਸ਼ਬਦਾਂ ਦੇ ਅਰਥ ਕੀ ਹੁੰਦੇ ਆ, ਸ਼ਬਦਾਂ ਦੇ ਬਾਪ ਕਿੱਦਾਂ ਬਣਾਈਦੇ ਆ, ਕਿੱਦਾਂ ਕਹਾਣੀ ਘੜੀਦੀ, ਤੈਨੂੰ ਸਭ ਕੁਝ ਪਤਾ ਹੈ। ਪਰ ਤੇਰਾ ਕਸੂਰ ਪਤਾ ਕੀ ਹੈ? ਤੂੰ ਬੇਵਕੂਫਾਂ ਨੂੰ ਸਿਆਣੇ ਬਣਾਉਣਾ ਚਾਹਨਾ। ਇਹ ਤੇਰੀ ਗਲਤੀ ਹੈ। ਲੋਕ ਬੇਵਕੂਫ ਹੁੰਦੇ ਨੇ, ਲਾਈਲੜ, ਜਜ਼ਬਾਤੀ। ਇਹਨਾਂ ਦੇ ਬੇਵਕੂਫੀ ਵਾਲੀ ਰਾਹ ਨੱਪ ਕੇ ਰੱਖੋ ਨਾ, फिर देख कितना पैसे डिगते। बेवकूफी वाली गल पता ना तेनों केड़ी हुंदी है? कदे बर्फी बेसन खाता? तू खाता ना? बर्फी बेसन दे उत्ते एक चमकीला जिहा वर्क लगा हुंदा, चांदी रंग दा जां सोने रंग दा। काहतों भला? खानी ते बर्फी हुंदी ना, पर लाया हुंदा काहते? ਉਹਦੇ ਨਾਲ ਬਰਫੀ ਦੀ ਕੀਮਤ ਪੀਰੀ ਦੀ ਤਰ੍ਹਾਂ ਤੂੰ ਤਾਂ ਨੂੰ ਲੱਤਾਂ ਚੁੱਕੀਆਂ ਹੋਈਆਂ, ਤਾਂ ਕਰਕੇ ਅੰਬਰ ਠਾਂ ਨਹੀਂ ਡਿੱਗਦਾ, ਨਹੀਂ ਤੇ ਕੱਲ ਨੂੰ ਡਿੱਗ ਪੂ। ਇਹਨਾਂ ਨੂੰ ਸੋਚਿਆ ਕਰ, ਦੁਨੀਆ ਏਦਾਂ ਚੱਲਦੀ ਰਹਿਣੀ ਹੈ, ਟੈਨਸ਼ਨ ਨਹੀਂ ਲੈਣੀ ਸੱਜਣਾ। ਚੰਗਾ ਮੈਂ ਚੱਲਦਾ। ਉਹ ਗੱਲ ਸੁਣ, ਉਹ ਤੇਰੇ ਘਰੇ ਆ, ਉੱਠ, ਮੈਨੂੰ ਬਾਹਰ ਤੱਕ ਛੱਡਣ ਨਹੀਂ ਜਾਏਗਾ। ਉੱਠ ਤਾਂ ਸਹੀ। ਦੇਖ ਸੱਜਣਾ, ਮੈਂ ਤੈਨੂੰ ਬਾਹਰ ਤੱਕ ਛੱਡਣ ਤਾਂ ਜ਼ਰੂਰ ਜਾਂਦਾ, ਪਰ ਜੇ ਤੂੰ ਗੱਲ ਸਿੱਧੀ ਕੀਤੀ ਹੁੰਦੀ, ਤੂੰ ਗੱਲ ਪੁੱਠੀ ਕੀਤੀ ਹੈ ਸੱਜਣਾ। ਤੂੰ ਮੈਨੂੰ ਵਰਕ ਦੇ ਦਾਇਰੇ 'ਚ ਉਲਝਾਉਣਾ ਚਾਹੁੰਦਾ, ਤੇ ਮੈਂ ਕਿਸੇ ਦਾਇਰੇ 'ਚ ਉਲਝਣਾ ਚਾਹੁੰਦਾ ਨਹੀਂ। ਆਜ਼ਾਦ ਪੰਛੀਆਂ ਤੇ ਆਜ਼ਾਦ ਹੀ ਰਹਿਣਾ ਚਾਹਣਾ। ਕੋਈ ਇੱਕ ਰੰਗ ਦੀ ਰੱਸੀ ਪਾ ਕੇ ਮੈਨੂੰ ਆਪਣੇ ਵੱਲ ਖਿੱਚਣਾ ਚਾਹੁੰਦਾ ਨਾ, ਤਾਂ ਮੈਨੂੰ ਇਦਾਂ ਲੱਗਦਾ ਜਿਵੇਂ ਮੈਂ ਕੋਈ ਭੇਡ ਬੱਕਰੀ ਹੋਵਾਂ ਤੇ ਉਹ ਆਪਣੇ ਖੁੰਡ ਤੇ ਬੰਨ੍ਹ ਕੇ ਆਪਣੀ ਮਰਜ਼ੀ ਦਾ ਦੁੱਧ ਚੋਣਾ ਚਾਹੁੰਦਾ ਹੋਵੇ। ਨਾ,
ਮੈਨੂੰ ਕੋਈ ਇੱਕ ਰੰਗ ਆਪਣੇ ਵੱਲੋਂ ਖਿੱਚ ਨਹੀਂ ਸਕਦਾ। ਫਿਰ ਉਹ ਰੰਗ ਭਾਵੇਂ ਨੀਲਾ ਹੋਵੇ, ਪੀਲਾ ਹੋਵੇ, ਭਗਮਾ ਹੋਵੇ, ਕੇਸਰੀ ਹੋਵੇ ਤੇ ਭਾਵੇਂ ਹੋਵੇ ਲਾਲ। ਨਾ, ਆਪਾਂ ਨੂੰ ਤਾਂ ਸਤਰੰਗੀ ਪੀਂਘ ਪਸੰਦ ਹੈ। ਸਤਰੰਗੀ ਪੀਂਘ ਜਿਹੜੀ ਉਹ ਅੰਬਰ ਦੇ ਉੱਤੇ ਚੜ੍ਹਦੀ ਹੈ। ਆਪਾਂ ਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਹੀਦਾ। ਟੈਨਸ਼ਨ ਮੈਂ ਨਹੀਂ ਲੈਂਦਾ, ਟੈਨਸ਼ਨ ਤੇ ਤੂੰ ਲੈਣਾ ਵੀ ਜਿੱਦਾਂ ਉਹਨਾਂ ਨੇ ਕਿਹਾ ਜੇ ਉਦਾਂ ਨਾ ਲਿਖਿਆ ਤੇ ਫਿਰ ਤੇਰੇ ਫਾਰਮ ਹਾਊਸ ਦਾ ਕੀ ਬਣੂਗਾ? ਹੈ ਆਪਾਂ ਤੇ ਮੌਜ 'ਚ ਰਹੀਦਾ। ਦੁੱਖ ਹੋਵੇ ਜਾਂ ਸੁੱਖ, ਚੜ੍ਹਦੀ ਕਲਾ 'ਚ ਰਹੀਦਾ। ਜਿਵੇਂ ਬਾਬੇ ਨਾਨਕ ਨੇ ਕਿਹਾ, ਹਮੇਸ਼ਾ ਜ਼ਿੰਦਗੀ ਦੀ ਮੌਜ ਕਰੀਦੀ ਆ ਸੋਹਣਿਆ, ਜ਼ਿੰਦਗੀ ਦੀ ਮੌਜ। ਆ ਚੱਕ ਦੇਖ ਸੱਜਣਾ, ਮੈਂ ਤੇ ਉੱਥੇ ਵੀ ਬਹਿ ਲੈਂਦਾ ਜਿੱਥੇ ਇਸ ਤਰ੍ਹਾਂ ਦਾ ਚੋ ਵਗਦਾ ਤੇ ਜਿੱਥੇ ਮੇਰਾ ਯਾਰ ਵਸਦਾ, ਜਿੱਥੇ ਚੋ ਦਾ ਠੰਡਾ ਪਾਣੀ ਹੁੰਦਾ। ਸਾਰੇ ਦਿਨ ਦੀ ਤਪਸ਼ ਨਾਲ ਤਪੀ ਹੋਈ ਰੇਤ ਠੰਡਕ ਵੱਲ ਨੂੰ ਵੱਧਦੀ ਹੈ। ਮੇਰੇ ਨੰਗੇ ਪੈਰ ਜਦੋਂ ਜ਼ਮੀਨ ਦੇ ਨਾਲ ਲੱਗਦੇ ਨੇ ਨਾ ਤੇ ਮੈਂ ਪੀੜਨ ਦਾ ਪਰਾਗਾ ਭੁੰਨਣ ਵਾਲੀ ਤਕਲੀਫ ਭੁੱਲ ਜਾਂਦਾ। ਤੇ ਮੇਰਾ ਯਾਰ ਜਿਹੜਾ ਲਾਲਟਣ ਦੀ ਲੋਏ ਆਪਣੇ ਨਾਟਕਾਂ ਨਾਲ ਕੁੱਲ ਦੁਨੀਆ ਰਚਨਾਣੀ ਚਾਹੁੰਦਾ, ਉਹ ਕੰਨ ਤੇ ਹੱਥ ਧਰ ਲੈਂਦਾ ਤੇ ਉੱਚੀ ਹੇਕ ਲਾਉਂਦਾ। ਪਿੱਤਲ ਦੇ ਗਲਾਸਾਂ ਵਿੱਚ ਸੋਨ ਰੰਗਾ ਪਾਣੀ ਉਲਾ ਦਿੰਦਾ। ਸਰਕੜੇ ਝੂਮਣ ਲੱਗ ਪੈਂਦੇ ਨੇ। ਅੰਬਰ ਧਰਤੀ ਵੱਲ ਨੂੰ ਝੁਕ ਜਾਂਦਾ ਜਿਵੇਂ ਤਪੀ ਹੋਈ ਰੇਤ ਦਾ ਚੁੰਮਣ ਲੈਣਾ ਚਾਹੁੰਦਾ ਹੋਵੇ ਤੇ ਚੋ ਦਾ ਠੰਡਾ ਪਾਣੀ ਨੱਚਣ ਲੱਗ ਪੈਂਦਾ।